सतनाम वाहिगुरु साहिब जी। किरपा करो दीन के दाते, मेरा गुण अवगण ना विचारो कोई। माटी का क्या तो पै स्वामी, मानस की गत ही। क्या गुण तेरे सार संभाली, मोहे निर्गुण के दातारे। बैखरीद क्या करे चतुराई, एह जियो पिंड सब थारे। लाल रंगीले प्रीतम मन मोहन, तेरे दर्शन को हम बारे। अत प्रीतम मन मोहना कट सोहना, प्राण आधारा राम। मेरे लालन की शोभा, साध नव तन मन रंगी शोभा। दर्शन देखत ही सुध की न सुध रही, बुद्ध की न बुद्ध रही। मन में न मत है, सुरत में न सुरत रह्यो, ध्यान में न ध्यान रह्यो। ज्ञान में न ज्ञान रह्यो, गत में न गत है। धीरज को धीरज, गर्भ को गर्भ पयो। रत में न रत रही, पत रत पत है। अद्भुत परम अद्भुत, विस्मय विषम। आश्चर्य आश्चर्य, अत अत है। बेसुमार था अगनत तोले, जो बुलावो त्यो नानक दास बोले। सतनाम वाहिगुरु साहिब जी। कबीर चरण कमल की मौज को, कह कैसे उन्मान। कहबे कहो शोभा नहीं, देखा ही परवान। कबीर देख के कह कहो, कहे ना को पतियाय। हर जैसा तैसा वही, रहो हर खुगुन गाए।
ਹਰ ਜੈਸਾ ਤੈਸਾ ਉਹੀ, ਰਹੋ ਹਰਖ ਗੁਣ ਗਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤੇਰਾਂ ਦੀ ਅਪਾਰ ਮਿਹਰਮਤ ਹੈ, ਦਇਆ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਨਦਰ ਕਰਕੇ, ਬਖਸ਼ਿਸ਼ ਕਰਕੇ, ਕਰੁਣਾ ਧਾਰਨ ਕਰਕੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਤ ਸੰਗਤ ਰੂਪ ਵਿੱਚ ਜੁੜਨ ਦਾ, ਕੀਰਤਨ ਸ਼ਰਵਣ ਕਰਕੇ ਨਾਮ ਧਨ ਸੰਚਣ ਦਾ, ਸ਼ਬਦ ਦੀ ਸਾਧਨਾ ਦੇ ਨਾਲ ਜੁੜ ਕੇ ਗੁਰੂ ਕੀ ਗਿਆਨ ਰੂਪ ਬਖਸ਼ਿਸ਼ ਨੂੰ ਮਾਨਣ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਕੀ ਬਖਸ਼ਿਸ਼ ਨੂੰ ਗੁਰ ਹਜ਼ੂਰੀ ਦੇ ਵਿੱਚ ਜੁੜ ਬੈਠ ਕੇ ਮਾਨਣ ਦਾ, ਪ੍ਰਾਪਤ ਕਰਨ ਦਾ ਨਿਰਮਲ ਯਤਨ ਕਰ ਰਹੇ ਹੋ ਜੀ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ, ਤਿਨਾਂ ਦੇ ਪਾਵਨ ਉਚਾਰਨ ਸ਼ਲੋਕਾਂ ਦੀ ਆਪ ਜੀ ਲੜੀਵਾਰ ਵਿਆਖਿਆ ਸ਼ਰਵਣ ਕਰਕੇ ਵਿਚਾਰ ਰੂਪ ਦੇ ਵਿੱਚ ਗੁਰੂ ਕੇ ਗਿਆਨ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਨ ਦਾ ਸ਼ੁਭ ਯਤਨ ਕਰਦੇ ਹੋ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਵਿਚਾਰ ਰੂਪ ਦੇ ਵਿੱਚ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲੜੀਵਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਚਰਨ ਕਮਲ ਕੀ ਮੌਜ ਕੋ, ਕਹਿ ਕੈਸੇ ਉਨਮਾਨ। ਲੜੀਵਾਰ ਸ਼ਲੋਕਾਂ ਦੇ ਅੰਤਰਗਤ ਭਗਤ ਕਬੀਰ ਸਾਹਿਬ ਜੀ ਨੇ ਇਸ ਤੋਂ ਪਹਿਲੇ ਸ਼ਲੋਕ ਦੇ ਵਿੱਚ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਸੀ ਕਿ ਮਨੁੱਖ ਦੀ ਜ਼ਿੰਦਗੀ ਦੇ ਦੋ ਮਹੱਤਵਪੂਰਨ ਕਾਰਜ ਜਿਹੜੇ ਧਾਰਮਿਕ ਤੌਰ 'ਤੇ, ਭਗਤੀ ਦੇ ਤੌਰ 'ਤੇ, ਅਧਿਆਤਮਿਕ ਨੁਕਤੇ ਤੋਂ ਵਾਚੇ ਜਾਂਦੇ ਹਨ। ਉਹਨਾਂ ਦਾ ਜ਼ਿਕਰ ਇਸ ਪ੍ਰਕਾਰ ਹੈ ਕਿ ਮਨੁੱਖ ਕੋਲੋਂ ਦੇਹ ਦਾ, ਆਪਣੀ ਬੁੱਧ ਦਾ, ਆਪਣੀ ਸੁਰਤ ਦਾ ਬਲ ਹੈ। ਇਸ ਤਾਣ ਦੇ ਨਾਲ ਉਹਨੇ ਪਰਮੇਸ਼ਰ ਦੇ ਮਿਲਾਪ ਦੀ ਸਾਧਨਾ ਕਰਨੀ ਹੈ। ਜਦੋਂ ਜਦੋਂ ਉਹ ਪ੍ਰੀਤ ਭਾਵਨਾ ਦੇ ਸਹਿਤ ਸ਼ਬਦ ਦੀ ਸਾਧਨਾ ਕਰਦਿਆਂ ਗਿਆਨ ਦੇ ਮੰਡਲਾਂ ਨੂੰ ਪਾਰ ਕਰਕੇ ਉਚੇਰੀਆਂ ਅਧਿਆਤਮਿਕ ਅਵਸਥਾਵਾਂ ਦੇ ਅਨੁਭਵ ਮਾਣਦਾ ਜਾਂਦਾ ਹੈ, ਅਤੇ ਇੱਕ ਅਵਸਥਾ ਉਹਦੇ ਉੱਪਰ ਉਹ ਆਉਂਦੀ ਹੈ ਜਦੋਂ ਬਿਲਕੁਲ ਨਿਰਲੇਪ ਹੋ ਜਾਂਦਾ, ਪ੍ਰਭੂ ਵਾਂਗ ਹੀ ਗੁਣਾਂ ਦਾ ਭੰਡਾਰ, ਰਸ ਦਾ ਭੰਡਾਰ, ਸੁੰਦਰਤਾ ਦਾ ਭੰਡਾਰ ਅਤੇ ਮਹਾਂ ਆਨੰਦ ਦਾ ਕੇਂਦਰ ਬਣ ਜਾਂਦਾ ਹੈ। ਅਤੇ ਇਸ ਪ੍ਰਕਾਰ ਤਾਂ ਕਰਕੇ ਦੋ ਕਾਰਜ ਧਰਮ ਵਿੱਚ ਕਹੇ ਜਾਂਦੇ ਹਨ ਕਿ ਇੱਕ ਸਸ਼ਕਤ ਸਾਧਨਾ ਹੋਵੇ, ਇਹੀ ਸਾਧਨਾ ਜਿਹੜੀ ਹੈ ਤੁਹਾਨੂੰ ਪ੍ਰਭੂ ਦੁਆਰ ਤੱਕ ਲੈ ਕੇ ਜਾਏਗੀ, ਅਤੇ ਉੱਥੇ ਕੇਵਲ ਇੱਕ ਰਹਿਮਤ ਦੀ, ਮਿਹਰ ਦੀ ਨਦਰ ਹੋ ਗਈ ਤਾਂ ਜੀਵ ਦੇ ਜੀਵਨ ਦੀ ਮਹਿਮਾ ਜਿਹੜੀ ਹੈ ਉਹ ਅਪਰੰਪਾਰ ਹੋ ਜਾਂਦੀ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਗੁਰੂ ਸ਼ਬਦ ਦਾ ਕਿਰਪਾ ਰੂਪ ਹੋਈ, ਪਹਿਲਾਂ ਗਿਆਨ ਦਾ ਉਪਦੇਸ਼ ਧਾਰਨ ਕੀਤਾ ਅਤੇ ਸਭ ਤਰ੍ਹਾਂ ਦੇ ਜਿਹੜੇ ਸੁਰਗ ਨਰਕ ਦੇ ਖਿਆਲ ਜਾਂ ਮਾਨਸਿਕ ਤੌਖਲੇ ਜਾਂ ਜਿਹੜੀਆਂ ਪਰਿਕਲਪਨਾਵਾਂ ਸਨ ਸਾਰੀਆਂ ਮਿਟ ਗਈਆਂ, ਅਤੇ ਜੀਵਨ ਸਭ ਪ੍ਰਕਾਰ ਤੋਂ ਰਹਿਤ ਹੋ ਕੇ ਜਿਹੜਾ ਹੈ ਉਹ ਗੁਰੂ ਦੇ ਚਰਨਾਂ ਦੇ ਵਿੱਚ, ਅਕਾਲ ਪੁਰਖ ਦੇ ਵਿੱਚ ਅਭੇਦ ਹੋਣ ਵਾਲੀ ਅਵਸਥਾ ਕਰਕੇ ਬਣ ਗਿਆ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ, ਹੁਣ ਜਿਹੜਾ ਜੀਵ ਜਦੋਂ ਪ੍ਰਭੂ ਵਿੱਚ ਅਭੇਦ ਹੋ ਜਾਂਦਾ ਹੈ, ਉੱਥੇ ਅਭੇਦ ਹੋ ਕੇ ਉਹਦੇ ਅਭੇਦ ਹੋਣ ਦੀ, ਉਹਦੇ ਇੱਕਮਿਕ ਹੋਣ ਦੀ ਅਵਸਥਾ ਨੂੰ ਕਿਵੇਂ ਜਾਣਿਆ ਜਾਵੇ। ਜਦੋਂ ਕੋਈ ਇਸ ਸੰਬੰਧੀ ਪੁੱਛਦਾ ਹੈ ਤਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਚਰਨ ਕਮਲ ਕੀ ਮੌਜ ਕੋ, ਕਹਿ ਕੈਸੇ ਉਨਮਾਨ। ਅਸੀਂ ਜਗਤ ਵਿੱਚ ਜੋ ਕੁਝ ਵੀ ਸਾਡੇ ਸੰਬੰਧ ਵਿੱਚ, ਸੰਪਰਕ ਵਿੱਚ ਆਉਂਦਾ ਹੈ,
ਉਹਦਾ ਕਿਸੇ ਨਾ ਕਿਸੇ ਢੰਗ ਨਾਲ ਅਸੀਂ ਗਿਆਨ ਪੈਦਾ ਕਰ ਲੈਂਦੇ ਹਾਂ। ਗਿਆਨ ਦਾ ਕੋਈ ਨਾ ਕੋਈ ਢੰਗ ਅਪਣਾਉਂਦੇ ਹਾਂ ਜਿਹਦੇ ਨਾਲ ਉਸ ਵਸਤੂ ਦਾ ਬੋਧ ਹੋ ਜਾਂਦਾ ਹੈ। ਜਦੋਂ ਉਸ ਵਸਤੂ ਦਾ ਬੋਧ ਹੋ ਜਾਂਦਾ ਹੈ ਫਿਰ ਸਾਡੇ ਕੋਲੋਂ ਸ਼ਬਦ ਕਰਕੇ, ਦ੍ਰਿਸ਼ ਕਰਕੇ, ਪ੍ਰਮਾਣ ਕਰਕੇ ਜਾਂ ਹੋਰ ਬੜੇ ਢੰਗਾਂ ਦੇ ਨਾਲ ਉਹਨੂੰ ਪ੍ਰਗਟਾਉਣ ਦਾ ਵੀ ਇੱਕ ਸਾਡੇ ਕੋਲੋਂ ਸਿਲਸਿਲਾ ਹੁੰਦਾ ਹੈ। ਪਰ ਭਗਤ ਕਬੀਰ ਸਾਹਿਬ ਜੀ ਅੱਜ ਦੇ ਸ਼ਲੋਕ ਵਿੱਚ ਇੱਕ ਵਿਚਿੱਤਰ ਤਰ੍ਹਾਂ ਦਾ ਅਨੁਭਵ ਸਾਡੇ ਸਨਮੁਖ ਰੱਖ ਰਹੇ ਹਨ ਕਿ ਜੋ ਅਨੁਭਵ ਪਰਮੇਸ਼ਰ ਦੇ ਨਾਲ ਅਕਾਲ ਪੁਰਖ ਦੇ ਵਿੱਚ ਅਭੇਦ ਹੋ ਕੇ ਮਾਣ ਰਿਹਾ ਹਾਂ, ਉਹ ਕਹਿ ਕੈਸੇ ਅਨੁਮਾਨ। ਕਹਿੰਦੇ ਜਿਹੜਾ ਚਰਨ ਕਮਲ ਦੀ ਮੌਜ ਵਿੱਚ ਮੇਰੀ ਸੁਰਤ ਰੰਗੀ ਹੋਈ ਹੈ, ਮੇਰਾ ਮਨ ਜਿਹੜਾ ਦਾਸ ਭਾਵ ਹੋ ਕੇ ਪ੍ਰਭੂ ਦੇ ਚਰਨਾਂ ਵਿੱਚ ਬੈਠਾ ਹੈ, ਮੇਰਾ ਚਿੱਤ ਜਿਹੜਾ ਇੱਕ ਛਿਨ ਵੀ ਉਹਦੀ ਤਾਰ ਗੁਰੂ ਦੀ ਯਾਦ ਵੱਲੋਂ ਨਹੀਂ ਟੁੱਟਦੀ। ਹੁਣ ਜਿਹੜੀ ਐਡੀ ਵੱਡੀ ਅਧਿਆਤਮਕ ਆਨੰਦ ਦੀ ਮੌਜ ਉਹਦੀ ਅਵਸਥਾ ਬਣੀ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹਿ ਕੈਸੇ ਅਨੁਮਾਨ। ਕਿਹੜਾ ਢੰਗ ਅਪਣਾਵਾਂ, ਕਿਹੜਾ ਤਰੀਕਾ ਹੋਵੇ, ਕਿਹੜੇ ਵਾਕ ਹੋਣ, ਕਿਹੜਾ ਦ੍ਰਿਸ਼ ਦੱਸਾਂ, ਕਿਹੜੀ ਦਲੀਲ ਦੇਵਾਂ, ਕਿਹੜੀ ਕਲਪਨਾ ਦਾ ਦ੍ਰਿਸ਼ ਤੁਹਾਡੇ ਸਨਮੁਖ ਰੱਖਾਂ ਕਿ ਦੱਸ ਸਕਾਂ ਕਿ ਮੇਰੇ ਅੰਦਰ ਕਿੱਡਾ ਵੱਡਾ ਅਨੁਭਵ, ਕਿੱਡਾ ਵੱਡਾ ਮਹਾ ਆਨੰਦ ਜਾਂ ਪਰਮਾਤਮਾ ਮਿਲਣ ਦੀ ਕਿੱਡੀ ਵੱਡੀ ਜਿਹੜੀ ਅਵਸਥਾ ਹੈ ਉਹ ਕਿਸ ਰੂਪ ਦੇ ਵਿੱਚ, ਕਿਸ ਢੰਗ ਨਾਲ ਵਾਪਰ ਰਹੀ ਹੈ। ਕਹਿੰਦੇ ਕੋਈ ਪ੍ਰਮਾਣ ਮੇਰੇ ਕੋਲੋਂ ਨਹੀਂ ਹੈ। ਇਹ ਤਾਂ ਕੇਵਲ ਇਵੇਂ ਆਖਿਆ ਜਾ ਸਕਦਾ ਹੈ, ਕਹਿਬੇ ਕਉ ਸੋਭਾ ਨਹੀਂ, ਕਿ ਜੇ ਕਹਿਣ ਲੱਗੇ ਕਿ ਆਖਦੇ ਹਨ ਕਿ ਜੇ ਮੈਂ ਕਹਿਣ ਵੀ ਲਵਾਂ, ਜੇ ਜਿੰਨਾ ਮੇਰੇ ਕੋਲ ਗਿਆਨ ਵੀ ਹੈ, ਸ਼ਬਦ ਵੀ ਹੈ, ਦ੍ਰਿਸ਼ ਵੀ ਹੈ, ਕਲਪਨਾ ਵੀ ਹੈ, ਜੇ ਮੈਂ ਇਹਦੇ ਦੁਆਰਾ ਉਹਦੇ ਪਰਮੇਸ਼ਰ ਦੇ ਮਿਲਣ ਦੇ ਅਨੁਭਵ ਨੂੰ ਕਥਨਾ ਵੀ ਚਾਹਾਂ ਜਾਂ ਜਿਹੜੀ ਚਰਨ ਕਮਲ ਦੀ ਮੌਜ ਦਾ ਅਨੁਭਵ ਪ੍ਰਾਪਤ ਹੋਇਆ ਹੈ ਜੇ ਉਹਨੂੰ ਕਹਿਣਾ ਵੀ ਚਾਹਾਂ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹਿ ਕੇ ਵੀ ਗੱਲ ਨਹੀਂ ਬਣਨੀ। ਉਹ ਤਾਂ ਇਸ ਤਰ੍ਹਾਂ ਹੈ, ਦੇਖਾ ਹੀ ਪ੍ਰਵਾਨ, ਕਿ ਜਿਹੜਾ ਦੇਖੇਗਾ, ਜਿਹੜਾ ਉਸ ਅਨੁਭਵ ਦੇ ਵਿੱਚ ਪੈ ਕੇ ਅਭੇਦ ਹੋਏਗਾ, ਉਹੀ ਉਹਦੀ ਪੂਰਨਤਾ ਨੂੰ ਜਾਣ ਸਕਦਾ ਹੈ। ਪਰ ਉਹਦੀ ਪੂਰਨਤਾ ਫਿਰ ਵੀ ਅਕੱਥ ਹੀ ਰਹੇਗੀ। ਇਸ ਪ੍ਰਕਾਰ ਇਹ ਵਾਕ ਦੇ ਸਰਲ ਭਾਵ ਨੇ। ਇਸ ਵਾਕ ਨੂੰ, ਸ਼ਲੋਕ ਨੂੰ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ, ਵਿਚਾਰਨ ਦਾ ਯਤਨ ਕਰੀਏ। ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਵਰਤਿਆ ਕਬੀਰ ਚਰਨ ਕਮਲ ਕੀ ਮੌਜ ਕੋ। ਕੱਲ੍ਹ ਲੜੀਵਾਰ ਵਿਚਾਰ ਦੇ ਅਧੀਨ ਆਪ ਦੇ ਨਾਲ ਇੱਕ ਨੁਕਤਾ ਸਾਂਝਾ ਕੀਤਾ ਸੀ ਕਿ ਜਦੋਂ ਮਨੁੱਖ ਭਗਤੀ ਦੇ ਅਨੁਭਵ ਵਿੱਚ ਗੂੜ ਹੋਣਾ ਸ਼ੁਰੂ ਹੋ ਜਾਂਦਾ ਹੈ, ਇੱਕ ਭਗਤੀ ਕਰਮ ਹੁੰਦਾ ਜਿਹਦੇ ਵਿੱਚ ਬੰਦੇ ਦਾ ਕੀ ਹੁੰਦਾ ਹੈ ਕਿ ਮਨ ਕਿਸੇ ਹੋਰ ਹਾਲਤ ਵੱਲ ਭੱਜਿਆ ਹੁੰਦਾ ਹੈ, ਸੁਰਤ ਕਿਸੇ ਹੋਰ ਪਾਸੇ ਲੱਗੀ ਹੁੰਦੀ ਹੈ ਅਤੇ ਸਰੀਰ ਭਗਤੀ ਕਰਮ ਕਰ ਰਿਹਾ ਹੁੰਦਾ ਹੈ। ਇਹ ਇੱਕ ਆਰੰਭ ਦੇ ਦੌਰ ਦੇ ਭਗਤੀ ਵਾਲੇ ਬੰਦੇ ਦੀਆਂ ਅਵਸਥਾਵਾਂ ਨੇ। ਉਹਨੂੰ ਨਹੀਂ ਪਤਾ ਹੁੰਦਾ ਕਿ ਜਿਹੜੀ ਭਗਤੀ ਹੈ ਇਹਦੇ ਵਿੱਚ ਸਾਰਿਆਂ ਕੁਝ ਨੂੰ ਇੱਕੋ ਕੇਂਦਰ 'ਤੇ ਲਿਆਉਣਾ ਹੁੰਦਾ ਹੈ। ਜਿਵੇਂ ਜਪਜੀ ਸਾਹਿਬ ਦੀ ਬਾਣੀ ਪੜ੍ਹੋ, ਉਹਦੇ ਵਿੱਚ ਜ਼ਿਕਰ ਆਉਂਦਾ ਹੈ ਪੰਚਾਂ ਕਾ ਗੁਰ ਏਕ ਧਿਆਨ, ਕਿ ਜੋ ਕੁਝ ਵੀ ਤੇਰੇ ਜੀਵਨ 'ਚ ਸਮਰੱਥਾ ਨੇ ਇਹ ਸਾਰੀਆਂ ਪ੍ਰਭੂ ਦੀ ਯਾਦ ਰੂਪ ਹੀ ਹੋ ਜਾਣੀਆਂ ਚਾਹੀਦੀਆਂ ਨੇ। ਔਰ ਧਿਆਨ ਕਰਕੇ, ਯਾਦ ਰੂਪ ਦਾ ਮਤਲਬ ਕੋਈ ਅਚੇਤਪੁਣਾ ਨਹੀਂ, ਯਾਦ ਦਾ ਭਾਵ ਕਿ ਉਹਦੇ ਵਿੱਚ ਪੂਰੀ ਚੇਤਨਤਾ ਹੋਵੇ ਕਿ ਮੈਂ ਇਹ ਕਾਰਜ ਕਰ ਰਿਹਾ ਹਾਂ। ਤਾਂ ਇਸੇ ਪ੍ਰਕਾਰ ਭਗਤੀ ਕਰਮ ਦੇ ਵਿੱਚ ਜਦੋਂ ਮਨੁੱਖ ਦਾ ਮਨ, ਬੁੱਧ, ਸੁਰਤ ਜਦੋਂ ਇੱਕ ਕੇਂਦਰ 'ਤੇ ਟਿਕ ਕੇ ਭਗਤੀ ਕਰਨ ਲੱਗ ਪੈਂਦੇ ਨੇ, ਮਤਲਬ ਇਹਨੂੰ ਸਰਲ ਜਿਹਾ ਕਹਿਣਾ ਹੋਵੇ ਤਾਂ ਨੇਤਰਾਂ ਅੰਦਰ ਜਦੋਂ ਦਰਸ਼ਨਾਂ ਦੀ ਚਾਹਤ ਹੋਵੇ, ਨੇਤਰ ਦਰਸ਼ਨਾਂ ਦੀ ਚਾਹਤ ਪੈਦਾ ਕਰਨ, ਕੰਨ ਕੀਰਤਨ ਸੁਣਨ ਦੀ ਚਾਹਤ ਪੈਦਾ ਕਰੇ, ਕਦਮ ਜਿਹੜੇ ਹਨ ਗੁਰੂ ਦੁਆਰ ਚੱਲਣ ਦਾ ਇੱਕ ਸਿਲਸਿਲਾ ਬਣਾਉਣ, ਹੱਥ ਜਿਹੜੇ ਹਨ ਗੁਰੂ ਦੇ ਸਨਮੁਖ ਬੇਨਤੀ ਲਈ ਉੱਠਣ, ਅਰਦਾਸ ਦੇ ਲਈ ਉੱਠਣ, ਅਤੇ ਹਿਰਦੇ ਵਿੱਚੋਂ ਆਪਣੇ ਆਪ ਇੱਕ ਉਮਾਹ ਪੈਦਾ ਹੋਵੇ। ਜਦੋਂ ਸਾਰਾ ਕੁਝ ਮਨੁੱਖ ਦੀ ਦੇਹ ਦਾ ਇਸ ਤਰ੍ਹਾਂ ਵਿਵਹਾਰ ਕਰੇ ਤਾਂ ਇਹ ਉਹਨੂੰ ਆਪ ਹੀ ਅਨੁਭਵ ਕਰਨਾ ਪੈਂਦਾ ਹੈ। ਇਹ ਦੂਜੇ ਨੂੰ ਨਹੀਂ ਪਤਾ ਲੱਗੇਗਾ ਕਿ ਇਹਦੇ ਕਦਮਾਂ ਦੇ ਅੰਦਰ ਗੁਰੂ ਦੁਆਰ ਚੱਲਣ ਦੀ ਹਲਚਲ ਚੱਲ ਰਹੀ ਹੈ। ਉਹ ਜਦੋਂ ਇਸ ਤਰ੍ਹਾਂ ਦਾ ਅਨੁਭਵ ਕਰੇ ਕਿ ਮੇਰਾ ਸਾਰਾ ਕੁਝ ਇੱਕੋ ਦੇ ਨਾਲ ਜੁੜ ਕੇ ਉਸ ਵੱਲ ਵੱਧ ਰਿਹਾ ਹੈ, ਅਤੇ ਇਹਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਗਤੀ ਰੱਤੀ ਦੇਹ ਬਣ ਗਈ ਹੈ, ਕਿ ਹੁਣ ਇਕੱਲਾ ਆਪਣਾ ਮਨ ਹੀ ਨਹੀਂ, ਹੁਣ ਜਿਹੜੇ ਵੱਖੋ ਵੱਖਰੇ ਗਿਆਨ ਇੰਦਰੇ ਹਨ, ਕਰਮ ਇੰਦਰੇ ਹਨ, ਇਹ ਵੀ ਇੱਕ ਅਧਿਆਤਮਿਕ ਪ੍ਰੇਰਣਾ ਪੈਦਾ ਕਰਕੇ ਉਸ ਤਰਫ ਚੱਲਣਾ ਆਰੰਭ ਕਰ ਦਿੱਤਾ ਹੈ। ਤਾਂ ਇਸੇ ਪ੍ਰਕਾਰ ਜਿਹੜੀ ਇਸ ਤਰ੍ਹਾਂ ਦੀ ਸਾਧਨਾ ਹੁੰਦੀ ਹੈ ਉਹਦੇ ਵਿੱਚ ਕੀ ਹੁੰਦਾ ਹੈ ਕਿ ਹੌਲੀ ਹੌਲੀ ਜਾ ਕੇ ਮਨੁੱਖ ਕਿਸੇ ਅਨੁਭਵ 'ਤੇ ਪਹੁੰਚਦਾ ਹੈ। ਜਪਜੀ ਸਾਹਿਬ ਦੀ ਬਾਣੀ ਅਸੀਂ ਪੜ੍ਹਦੇ ਹਾਂ, ਉਹਦੇ ਵਿੱਚ 5 ਖੰਡਾਂ ਦਾ ਜ਼ਿਕਰ ਆਉਂਦਾ। ਜਿਹੜਾ ਕਰਮ ਖੰਡ ਜ਼ਿਕਰ ਹੈ, ਜਿਹੜਾ ਚੌਥੇ ਨੰਬਰ 'ਤੇ ਹੈ, ਉਹਦੇ ਵਿੱਚ ਜ਼ਿਕਰ ਆਉਂਦਾ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ। ਹੁਣ ਇਸ ਪੌੜੀ ਨੂੰ ਜੇ ਗਹਿਰਾ ਵਾਚੀਏ ਤਾਂ
ਪਹਿਲਾ ਹੈ ਧਰਮਖੰਡ ਕਿ ਮਨੁੱਖ ਨੂੰ ਇਸ ਧਰਮਸਾਲ ਦੇ ਵਿੱਚ ਧਰਤੀ 'ਤੇ ਰਹਿ ਕੇ ਜੀਵਨ ਦੇ ਸਮੁੱਚੇ ਕਰਮ ਦਾ ਧਰਮ ਦੇ ਨੁਕਤੇ ਤੋਂ ਗਿਆਨ ਹੋ ਗਿਆ। ਫਿਰ ਧਰਮ ਦੇ ਨਿਯਮ ਅਨੁਸਾਰ ਰਿਹਾ, ਫਿਰ ਗਿਆਨ ਪੈਦਾ ਹੋਇਆ। ਜਦੋਂ ਗਿਆਨ ਪੈਦਾ ਹੋਇਆ ਅਤੇ ਗਿਆਨ ਦੀ ਅਨੁਭਵ ਨੂੰ ਪ੍ਰਾਪਤ ਕਰਨ ਦੇ ਲਈ ਉਹਨੇ ਸਾਧਨਾ ਕੀਤੀ, ਜਿਹਨੂੰ ਅਸੀਂ ਸਰਮਖੰਡ ਕਹਿੰਦੇ ਹਾਂ। ਸਰਮਖੰਡ ਦੇ ਵਿੱਚ ਇਹੀ ਯਤਨ ਕੀਤਾ ਜਿਹੜਾ ਮੈਂ ਹੁਣੇ ਆਪ ਦੇ ਨਾਲ ਜ਼ਿਕਰ ਕੀਤਾ ਹੈ। ਜਦੋਂ ਬਹੁਤ ਸਾਰੀ ਉਹਨੇ ਸਾਧਨਾ ਕਰ ਲਈ, ਫਿਰ ਉਹਦੀ ਸਾਧਨਾ ਨੇ ਉਹਨੂੰ ਪ੍ਰਭੂ ਦੀ ਬਖਸ਼ਿਸ਼ ਦੇ ਦੁਆਰ 'ਤੇ ਲਿਆ ਕੇ ਖੜਿਆਂ ਕਰ ਦਿੱਤਾ। ਜਦੋਂ ਉਹਨੇ ਪਰਮੇਸ਼ਰ ਦੀ ਬਖਸ਼ਿਸ਼ ਦੇ ਅਨੁਭਵ ਨੂੰ ਮਾਣਿਆ ਤਾਂ ਉਹਨੇ ਦੇਖਿਆ ਕਿ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ। ਹੁਣ ਇਹਦੇ ਵਿੱਚ ਕਿੱਡੀ ਬਾਰੀਕ ਰਮਜ਼ ਹੈ। ਤਿੱਥੈ ਹੋਰ ਨਾ ਕੋਈ ਹੋਰ ਦਾ ਭਾਵ ਇਹ ਹੈ ਕਿ ਪਹਿਲਾਂ ਸਾਧਨਾ ਕਰਦਾ ਸਾਂ, ਸਾਧਨਾ ਦੇ ਅੰਦਰ ਖਿਆਲ ਸੀ ਕਿ ਮੈਂ ਪ੍ਰਭੂ ਦੇ ਨਾਲ ਮਿਲਾਂਗਾ। ਜਿਵੇਂ ਅਸੀਂ ਕਿਸੇ ਦੂਜੇ ਨੂੰ ਗਲੇ ਮਿਲਦੇ ਹਾਂ ਅਤੇ ਗਲੇ ਮਿਲਦਿਆਂ ਸਾਨੂੰ ਇਹ ਵੀ ਖਿਆਲ ਰਹਿੰਦਾ ਹੈ ਕਿ ਇਹ ਦੂਜਾ ਹੈ, ਮਾਤਾ ਹੈ, ਪਿਤਾ ਹੈ, ਭੈਣ ਭਰਾ ਹੈ, ਸਾਡੇ ਤੋਂ ਵੱਡਾ ਛੋਟਾ ਜੋ ਵੀ ਹੈ। ਸਾਨੂੰ ਇਹ ਵੀ ਖਿਆਲ ਰਹਿੰਦਾ ਭਾਵੇਂ ਉਹਦੇ ਗਲੇ ਮਿਲਣ ਦਾ ਅਸੀਂ ਇੱਕ ਸੁਖਦ ਅਨੁਭਵ ਵੀ ਮਾਣ ਰਹੇ ਹੁੰਦੇ ਹਾਂ, ਪਰ ਇਹ ਵੀ ਖਿਆਲ ਰਹਿੰਦਾ ਕਿ ਦੂਜਾ ਹੈ। ਪਰ ਭਗਤ ਗੁਰੂ ਸਾਹਿਬ ਜੀ ਕਹਿੰਦੇ ਤਿੱਥੈ ਹੋਰ ਨਾ ਕੋਈ ਹੋਰ। ਜਿਹੜਾ ਸਾਧਨਾ ਕਰਕੇ ਜਗਿਆਸੂ ਸਮਝਦਾ ਸੀ ਕਿ ਮੈਨੂੰ ਪਰਮੇਸ਼ਰ ਨਜ਼ਰ ਆਏਗਾ ਅਤੇ ਉਹਦੀ ਮੂਰਤ ਨਜ਼ਰ ਆਏਗੀ, ਉਹਦਾ ਮਹਾਰੂਪ ਨਜ਼ਰ ਆਏਗਾ, ਕਹਿੰਦੇ ਜਦੋਂ ਉਸ ਅਵਸਥਾ ਤੱਕ ਪਹੁੰਚਿਆ ਤਾਂ ਉੱਥੇ ਆਪਣੀ ਹਸਤੀ ਬਾਕੀ ਹੀ ਨਹੀਂ ਰਹੀ। ਇਹ ਵੀ ਨਹੀਂ ਸੁੱਧ ਰਹੀ ਕਿ ਮੈਂ ਕੋਈ ਸਰੀਰ ਹਾਂ, ਮੈਂ ਕੋਈ ਆਕਾਰ ਹਾਂ, ਮੇਰਾ ਕੋਈ ਨਾਮ ਹੈ, ਮੈਂ ਕਿਸੇ ਧਰਤੀ ਦੇ ਖਾਸ ਹਿੱਸੇ ਦੇ ਵਿੱਚ ਵਾਸ ਕਰਦਾ ਹਾਂ, ਮੇਰਾ ਕੋਈ ਜਨਮ ਹੋਇਆ, ਕੋਈ ਮਰਨ ਹੋਇਆ। ਕਹਿੰਦੇ ਇਸ ਤਰ੍ਹਾਂ ਦੀ ਅਨੁਭਵ ਵਾਪਰਿਆ। ਇਸ ਕਰਕੇ ਤਿੱਥੈ ਹੋਰ ਨਾ ਕੋਈ ਹੋਰ। ਹੁਣ ਮਨੁੱਖ ਕਹੇਗਾ ਕਿ ਜੇ ਉੱਥੇ ਕੁਝ ਵੀ ਨਹੀਂ ਹੈ, ਫਿਰ ਉੱਥੇ ਕੁਝ ਤਾਂ ਹੋਏਗਾ, ਉਹਦਾ ਤਾਂ ਕੋਈ ਪ੍ਰਮਾਣ ਦਿਓ, ਕੁਝ ਨਾ ਕੁਝ ਤਾਂ ਹੋਏਗਾ। ਫਿਰ ਕਿਹਾ ਜਾ ਸਕਦਾ ਹੈ ਕਿ ਉੱਥੇ ਕੁਝ ਨਾ ਹੋਣ ਦਾ ਮਤਲਬ ਹੈ ਕਿ ਉੱਥੇ ਮਹਾ ਆਨੰਦ ਹੈ, ਉੱਥੇ ਮਹਾ ਟਿਕਾ ਹੈ, ਮਹਾ ਰਸ ਹੈ, ਜਿਹੜਾ ਅਨੁਭਵ ਦਾ ਹੀ ਵਿਸ਼ਾ ਹੈ। ਜੇ ਉਹਨੂੰ ਅਸੀਂ ਬੜੇ ਵਾਕਾਂ ਦੇ ਨਾਲ, ਕਿਉਂਕਿ ਸ਼ਬਦ ਦੇ ਵਿੱਚ ਨਾ ਬਹੁਤ ਵੱਡੀ ਸਮਰੱਥਾ ਹੁੰਦੀ ਹੈ ਕਿ ਅਕਥ ਨੂੰ ਵੀ ਕਥਿਆ ਜਾਣ ਦਾ ਇਹ ਯਤਨ ਕਰ ਸਕਦਾ ਹੈ, ਪਰ ਇਹ ਨਹੀਂ ਕਿ ਇਹਦੇ ਯਤਨ ਦੇ ਨਾਲ ਜਿੰਨਾ ਕਥਿਆ ਗਿਆ ਉਹ ਪੂਰਾ ਹੋ ਗਿਆ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ। ਇਹਨੂੰ ਸਰਲੀ ਕਹਿਣਾ ਹੋਵੇ, ਬੰਦੇ ਦੀ ਕੀਰਤਨ ਦੇ ਨਾਲ ਸੁਰਤ ਇੱਕ ਸੁਰ ਹੋ ਜਾਵੇ ਨਾ, ਅਤੇ ਉਹਨੂੰ ਕਈ ਵਾਰੀ ਸ਼ਬਦ ਇੰਨਾ ਗਹਿਰਾ ਰਸ ਦੇ ਦਿੰਦਾ। ਹੁਣ ਵੇਖੋ ਦੋ ਗੱਲਾਂ ਨੇ, ਅਸੀਂ ਇਹਨੂੰ ਬਹੁਤ ਮਤਲਬ ਸਰਲ ਢੰਗ ਨਾਲ ਜੇ ਸਮਝੀਏ ਤਾਂ ਕੀਰਤਨ ਦੇ ਵਿੱਚ ਬੰਦੇ ਨੇ ਰਸ ਮਾਣਿਆ। ਹੁਣ ਕਿਸੇ ਨੂੰ ਕਿਹਾ, ਕਿਸੇ ਨੇ ਕਿਹਾ ਕਿ ਇਹ ਬੜਾ ਰਸਕ ਬੰਦਾ ਜੀ, ਬੜਾ ਕੀਰਤਨ ਦੇ ਵਿੱਚ ਲੀਨ ਹੋ ਕੇ ਬੈਠਦਾ ਹੈ। ਉਹਨੂੰ ਹੀ ਪੁੱਛ ਲਿਆ ਜਾਵੇ ਵੀ ਜਿੰਨਾ ਤੈਨੂੰ ਰਸ ਆਇਆ ਹੈ, ਕੋਈ ਸਾਨੂੰ ਉਦਾਹਰਣ ਦੇ ਕੇ ਸਮਝਾ ਕਿ ਕਿਵੇਂ ਦਾ ਰਸ ਹੈ, ਉਹ ਵੀ ਨਹੀਂ ਸਮਝਾ ਸਕੇਗਾ। ਇਹ ਤਾਂ ਜੇ ਇੱਕ ਕੀਰਤਨ ਦੇ ਦੌਰਾਨ ਰਸ ਆਉਣ ਦੀ ਅਵਸਥਾ ਹੈ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ। ਹੁਣ ਮਨੁੱਖ ਕਹੇਗਾ ਸ਼ਬਦ ਐਡੀ ਵੱਡੀ ਚੀਜ਼ ਹੈ, ਪ੍ਰਮਾਣ ਐਡੀ ਵੱਡੀ ਚੀਜ਼ ਹੈ, ਦ੍ਰਿਸ਼ ਐਡੀ ਵੱਡੀਆਂ ਚੀਜ਼ਾਂ ਨੇ ਕਿ ਇਹਨਾਂ ਦੇ ਨਾਲ ਉਹਦਾ ਬਿਆਨ ਨਹੀਂ ਹੋ ਸਕਦਾ। ਤਾਂ ਆਪ ਦੇ ਸਰਮੁਖ ਵਿਚਾਰਕ ਨੁਕਤਾ ਰੱਖਾਂ। ਸੰਸਾਰ ਦੇ ਵਿੱਚ ਗਿਆਨ ਅਨੁਭਵ ਦੇ 6 ਨੁਕਤੇ ਹਨ। ਸਭ ਤੋਂ ਪਹਿਲਾਂ ਮਨੁੱਖ ਦਾ ਗਿਆਨ ਪੈਦਾ ਹੁੰਦਾ ਹੈ ਪ੍ਰਤੱਖ ਦੁਆਰਾ। ਜਿਹੜਾ ਇੰਦਰੀ ਅਤੇ ਵਿਸ਼ਿਆਂ ਦਾ ਇੱਕ ਕਾਰਨ ਹੋਵੇ, ਜਿਹਦੇ ਨਾਲ ਸੰਬੰਧ ਹੋਵੇ, ਇੱਕ ਗਿਆਨ ਇਹਦੇ ਤੋਂ ਪੈਦਾ ਹੁੰਦਾ। ਇਹਨੂੰ ਸਰਲ ਕਹਿਣਾ ਹੋਵੇ ਕਿ ਅੱਖਾਂ ਦੁਆਰਾ ਦੇਖ ਕੇ ਗਿਆਨ ਪੈਦਾ ਹੁੰਦਾ ਹੈ, ਇਹਨੂੰ ਕਹਿੰਦੇ ਨੇ ਪ੍ਰਤੱਖ ਦਾ ਗਿਆਨ, ਪ੍ਰਤੱਖ। ਇਸ ਤੋਂ ਅੱਗੇ ਜਿਹੜਾ ਆ ਜਾਂਦਾ ਹੈ ਮਨੁੱਖ ਦਾ ਜਿਹੜਾ ਕਿ ਅਨੁਮਾਨ। ਅਨੁਮਾਨ ਦਾ ਭਾਵ ਕੀ ਹੈ ਕਿ ਕਿਸੇ ਚੀਜ਼ ਦੀ ਇੱਕ ਹਾਲਤ ਨੂੰ ਦੇਖ ਕੇ ਉਹਦੀ ਦੂਜੀ ਹਾਲਤ ਦਾ ਪਤਾ ਲੱਗ ਜਾਣਾ। ਜਿਵੇਂ ਅੱਜ ਕੋਈ ਮਨੁੱਖ ਬਚਪਨ ਹੈ ਤਾਂ ਯਕੀਨਨ ਉਹਦੀ ਇਸ ਅਵਸਥਾ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਜਵਾਨੀ ਵਿੱਚ ਜਾਏਗਾ, ਬੁਢਾਪੇ ਤੱਕ ਜਾਏਗਾ, ਮ੍ਰਿਤੂ ਤੱਕ ਜਾਏਗਾ। ਜਿਵੇਂ ਧੂਏ ਨੂੰ ਦੇਖ ਕੇ ਅੱਗ ਦਾ ਬੋਧ ਹੋ ਜਾਂਦਾ, ਅਨੁਮਾਨ ਲੱਗ ਜਾਂਦਾ ਹੈ। ਇਹ ਦੂਜਾ ਢੰਗ ਹੈ। ਤੀਜਾ ਹੈ ਸ਼ਬਦ ਦੁਆਰਾ, ਕਿ ਸ਼ਬਦ ਦੁਆਰਾ ਕਿਸੇ ਗੱਲ ਨੂੰ ਕਿਹਾ ਜਾਵੇ। ਜਿਵੇਂ ਦੁਨੀਆ ਦੇ ਵਿੱਚ ਵੱਡੇ ਰੱਬੀ ਪੁਰਖਾਂ ਨੇ ਪਰਮੇਸ਼ਰ ਦੇ ਬਾਰੇ ਕਿਹਾ, ਜਿਵੇਂ ਬਾਣੀ 'ਚ ਵਾਕ ਆਉਂਦਾ ਹੈ ਲਾਲ ਰੰਗੀਲੇ ਪ੍ਰੀਤਮ ਮਨ ਮੋਹਨ ਤੇਰੇ ਦਰਸ਼ਨ ਕਉ ਹਮ ਬਾਰੇ, ਜਾਂ ਅਤ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਣਦਾਰਾ ਰਾਮ, ਜਾਂ ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ ਰੰਗ ਪ੍ਰੰਗ ਅਨੇਕ ਨ ਜਾਪਨ ਕਰਤਬਾ। ਜਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਹੋਰ ਕੀਤੇ ਤੁਧਨੋਂ ਗਾਵਨ ਸੇ ਮੈਂ ਚੇਤਨਾ ਆਵਨ। ਇਹ ਅਨੁਭਵ ਜਦੋਂ ਸ਼ਬਦ ਵਾਕ ਕਿਸੇ ਵੱਡੇ ਪੁਰਖਾਂ ਨੇ ਕਹੇ ਤਾਂ ਇਹਦੇ ਨਾਲ ਵੀ ਪ੍ਰਮਾਣ ਲੱਗਦਾ ਕਿ ਕੋਈ ਵੱਡੀ ਅਵਸਥਾ ਹੈ, ਕੋਈ ਵੱਡੀ ਹਸਤੀ ਹੈ।
ਇਹ ਤੀਜਾ ਢੰਗ ਹੈ। ਪਹਿਲਾ ਹੈ ਸਭ ਤੋਂ ਪਹਿਲਾਂ ਪ੍ਰਤੱਖ, ਦੂਜਾ ਹੈ ਅਨੁਮਾਨ, ਤੀਜਾ ਹੈ ਸ਼ਬਦ, ਚੌਥਾ ਅੱਗੇ ਜਾ ਕੇ ਹੈ ਉਪਮਾਨ, ਕਿ ਕਿਸੇ ਚੀਜ਼ ਦੀ ਮਹੱਤਤਾ ਦੁਆਰਾ ਉਹਦਾ ਬੋਧ ਹੋ ਜਾਣਾ। ਜਿਵੇਂ ਸਾਡੇ ਕੋਲ ਦੁੱਧ ਆਵੇ ਅਤੇ ਉਹ ਦੁੱਧ ਦੀ ਉਪਮਾ ਤੋਂ ਗਊ ਦਾ ਅਤੇ ਉਹਦੇ ਸਾਰੇ ਦਾ ਅਗਲੇ ਦਾ ਗਿਆਨ ਹੋ ਜਾਂਦਾ ਹੈ, ਜਿਹੜੀ ਵਸਤੂ ਉਹਦੇ ਤੋਂ ਪ੍ਰਗਟ ਹੋ ਰਹੀ ਹੈ। ਇਸੇ ਪ੍ਰਕਾਰ ਉਪਮਾਨ ਇਹਨੂੰ ਕਿਹਾ ਜਾਂਦਾ ਹੈ, ਉਪਮਾ ਕਰਕੇ ਜਾਣਿਆ ਜਾਵੇ। ਤਾਂ ਇਸੇ ਪ੍ਰਕਾਰ ਇੱਕ ਅਗਲਾ ਹੁੰਦਾ ਹੈ ਅਰਥ ਅਨੁਪਾਤੀ। ਉਹਦਾ ਭਾਵ ਕੀ ਹੁੰਦਾ ਹੈ ਕਿ ਜਦੋਂ ਕੋਈ ਕਾਰਜ ਨਾ ਬਣਦਾ ਹੋਵੇ, ਉਹਦਾ ਕੋਈ ਕਾਰਨਵਾਨ ਨਾ ਨਜ਼ਰ ਆਉਂਦਾ ਹੋਵੇ, ਉਹ ਸਾਰੀ ਵਾਪਰ ਰਹੀ ਕਿਰਿਆ ਸਾਹਮਣੇ ਨਾ ਵੀ ਨਜ਼ਰ ਆ ਰਹੀ ਹੋਵੇ, ਪਰ ਉਹਦਾ ਸਿਲਸਿਲਾ ਵਾਪਰ ਰਿਹਾ ਹੋਵੇ, ਤਾਂ ਉਹ ਉਸ ਨੂੰ ਕਹਿੰਦੇ ਹਨ ਅਰਥਾਨੁਪਾਤੀ। ਭਾਵ ਕਿ ਜਿਵੇਂ ਹੁਣ ਰੁੱਖ ਕਿਹਦੇ ਆਧਾਰ 'ਤੇ ਜਿਉਂਦਾ ਹੈ? ਹੁਣ ਰੁੱਖ ਕਦੋਂ ਪਾਣੀ ਪੀਂਦਾ ਸਾਨੂੰ ਤਾਂ ਪਤਾ ਨਹੀਂ, ਪਰ ਉਹ ਆਪਣੀਆਂ ਜੜ੍ਹਾਂ ਵਿੱਚੋਂ ਲਗਾਤਾਰ ਪਾਣੀ ਚੂਸਦਾ ਹੈ। ਇੱਕ ਅਨੁਭਵ ਦਾ ਗਿਆਨ ਪ੍ਰਾਪਤੀ ਦਾ ਇਹ ਨੁਕਤਾ ਹੁੰਦਾ ਹੈ। ਅਤੇ ਅਰਥ ਅੱਗੇ ਹੁੰਦਾ ਹੈ ਅਨੂਪ ਲਬਧੀ, ਕਿ ਜਿੱਥੇ ਅਭਾਵ ਹੋਵੇ ਅਤੇ ਅਭਾਵ ਦੁਆਰਾ ਦਾ ਅਭਾਵ ਦਾ ਗਿਆਨ ਹੋਵੇ। 6 ਨੁਕਤੇ ਮੰਨੇ ਜਾਂਦੇ ਹਨ। ਹੁਣ ਇਹਨਾਂ ਦੀ ਸਿਲਸਿਲੇਵਾਰ ਵਿਚਾਰ ਆਪ ਦੇ ਸਨਮੁਖ ਰੱਖਾਂ। ਜੇ ਕਹੀਏ ਕਿ ਜਿਹੜੀ ਚਰਨ ਕਮਲ ਦੀ ਮੌਜ ਹੈ ਉਹਨੂੰ ਅੱਖਾਂ ਦੇ ਨਾਲ ਦੇਖ ਕੇ ਬਿਆਨ ਕੀਤਾ ਜਾ ਸਕਦਾ ਹੈ, ਤਾਂ ਫਿਰ ਇਹ ਕਿਹਾ ਜਾਏਗਾ ਕਿ ਪਰਮੇਸ਼ਰ ਦੀ ਜਿਹੜੀ ਵਿਰਾਟ ਸਰੂਪ ਹੈ ਉਹ ਸਾਰਿਆਂ ਆਕਾਰਾਂ ਤੋਂ, ਸਾਰਿਆਂ ਰੂਪਾਂ ਤੋਂ, ਸਾਰਿਆਂ ਰੰਗਾਂ ਤੋਂ ਪਰੇ ਹੈ। ਇਸ ਕਰਕੇ ਉਹਦੀ ਹਸਤੀ ਦਾ ਕੋਈ ਰੂਪ ਖਾਸ ਬਣਦਾ ਹੀ ਨਹੀਂ। ਜੇ ਖਾਸ ਰੂਪ ਬਣਦਾ ਹੀ ਨਹੀਂ ਤਾਂ ਫਿਰ ਉਹਦਾ ਖਾਸ ਤਰੀਕੇ ਨਾਲ ਜ਼ਿਕਰ ਵੀ ਨਹੀਂ ਕੀਤਾ ਜਾ ਸਕਦਾ। ਇਹ ਪਹਿਲਾ, ਜਿਹਨੂੰ ਅਸੀਂ ਪ੍ਰਤੱਖ ਦਾ ਗਿਆਨ ਕਹਿੰਦੇ ਹਾਂ। ਦੂਜਾ ਹੈ ਅਨੁਮਾਨ। ਹੁਣ ਕਿਹੜੀ ਚੀਜ਼ ਹੈ ਜਿਹੜੇ ਉਹਦੇ ਅਨੁਮਾਨ ਲਗਾਉਣ ਦੇ ਵਿੱਚ ਸਹਾਇਕ ਹੋਵੇ? ਦੁਨੀਆ ਭਰ ਦੇ ਦ੍ਰਿਸ਼ ਇਕੱਠੇ ਕਰ ਲਏ ਜਾਣ, ਕੀ ਇਹ ਕਵਾਂਗੇ ਕਿ ਸਾਰੇ ਦ੍ਰਿਸ਼ ਉਸ ਪਰਮੇਸ਼ਰ ਦੀ ਮੂਰਤ ਨੂੰ ਬਿਆਨ ਕਰਦੇ ਨੇ? ਨਹੀਂ ਕਰ ਸਕਦੇ। ਇਸ ਕਰਕੇ ਜਿਹੜਾ ਅਨੁਮਾਨ ਹੈ ਉਹ ਵੀ ਉਹਦੇ ਲਈ ਸਹਾਇਕ ਨਹੀਂ ਹੁੰਦਾ। ਹੁਣ ਜਿਹੜਾ ਸ਼ਬਦ ਹੈ, ਸ਼ਬਦ ਦੁਆਰਾ ਉਹਦਾ ਬੋਧ ਹੋ ਜਾਂਦਾ ਹੈ ਕਿ ਉਹ ਗੁਣਾਂ ਦਾ ਭੰਡਾਰ ਹੈ, ਕਿਰਪਾ ਦਾ ਭੰਡਾਰ ਹੈ, ਪ੍ਰਤਪਾਲਕ ਹੈ, ਦਾਤਾਰ ਹੈ। ਪਰ ਉਸ ਨੂੰ ਸ਼ਬਦ ਜਿਹੜਾ ਹੈ ਅਪਰੋਖ ਦਾ ਗਿਆਨ ਪੈਦਾ ਕਰ ਸਕਦਾ। ਜਿਵੇਂ ਇੱਕ ਇਨਸਾਨ ਕਿਸੇ ਅਮਰੀਕਾ ਵਰਗੇ ਮੁਲਕ 'ਚ ਗਿਆ ਹੋਵੇ, ਉੱਥੋਂ ਦੀ ਉਹਨੇ ਹਰੇਕ ਹਾਲਤ ਨੂੰ ਮਾਣਿਆ ਹੋਵੇ, ਉੱਥੋਂ ਦੀ ਹਾਲਤ ਨੂੰ ਇੱਥੇ ਆ ਕੇ ਬਿਆਨ ਕਰੇ ਬੜੀ ਬਾਰੀਕੀ ਦੇ ਨਾਲ, ਅਤੇ ਉਹਦੇ ਸ਼ਬਦ ਦੁਆਰਾ ਤੁਹਾਨੂੰ ਅਨੁਭਵ ਹੋ ਸਕਦਾ ਥੋੜ੍ਹਾ ਜਿਹਾ ਕਿ ਉੱਧਰ ਇਵੇਂ ਹੋਵੇਗਾ। ਪਰ ਜਿਹੜੀ ਉੱਥੋਂ ਦੀ ਅਸਲੀਅਤ ਆਪਣੇ ਆਪ ਨਾਲ ਦੇਖਣੀ ਹੈ, ਉਹਦਾ ਇੱਕ ਮੂਰਤ ਬਣਾ ਦੇਗਾ ਆਪਣੀ ਕਥਨੀ ਦੇ ਨਾਲ, ਪਰ ਸੱਚ ਤੁਹਾਨੂੰ ਉੱਥੇ ਜਾ ਕੇ ਦੇਖਣਾ ਪਏਗਾ, ਇਵੇਂ ਹੋਏਗਾ। ਸ਼ਬਦ ਦੁਆਰਾ, ਰੱਬੀ ਪੁਰਖਾਂ ਦੇ ਵਾਕ ਦੁਆਰਾ ਪਰਮੇਸ਼ਰ ਦੇ ਮਿਲਣ ਦੀ ਅਵਸਥਾ ਦਾ ਅਨੁਭਵ ਤਾਂ ਪਤਾ ਲੱਗ ਜਾਂਦਾ ਕਿ ਉਸ ਦੀ ਅਵਸਥਾ ਇਸ ਤਰ੍ਹਾਂ ਦੀ ਹੈ। ਉਸ ਅਵਸਥਾ ਦੇ ਵਿੱਚ ਨਾ ਦੁੱਖ ਹੈ, ਨਾ ਭੁੱਖ ਹੈ, ਨਾ ਜੀਵਨ ਹੈ, ਨਾ ਮਰਨ ਹੈ, ਮਹਾਂ ਆਨੰਦ ਹੈ, ਇੱਕ ਟਿਕਾ ਹੈ। ਪਰ ਇਹਦਾ ਅਨੁਭਵ ਮਨੁੱਖ ਨੂੰ ਕਮਾ ਕੇ ਹੀ ਮਿਲਦਾ ਹੈ। ਤਾਂ ਇਸੇ ਪ੍ਰਕਾਰ ਫਿਰ ਉਪਮਾਨ, ਕੋਈ ਐਸੀ ਉਪਮਾ ਵੀ ਨਹੀਂ ਹੈ ਜਿਹਦੇ ਨਾਲ ਉਹਦੀ ਉਪਮਾ ਬਿਆਨ ਕਰਕੇ ਉਹਦਾ ਪੂਰਨ ਚਿਕਰਨ ਜਿਹੜਾ ਹੈ ਕੀਤਾ ਜਾ ਸਕੇ। ਫਿਰ ਕੋਈ ਕਾਰਨ ਵੀ ਨਹੀਂ ਹੈ ਕਿ ਉਹ ਕਾਰਨ ਤੋਂ ਪਰਾਂ ਉਹਦੀ ਹਸਤੀ ਹੈ, ਕਿਵੇਂ ਉਤਪਤੀ ਹੋਈ, ਕਿਵੇਂ ਉਹ ਮੌਲ ਰਿਹਾ ਹੈ, ਇਹ ਵੀ ਕੋਈ ਪ੍ਰਮਾਣ ਸਾਡੇ ਕੋਲ ਨਹੀਂ। ਤਾਂ ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿੰਦੇ ਅਸਮਰੱਥਾ ਹੈ। ਔਰ ਜੇ ਕਿਤੇ ਆਪ ਜੀ ਹੋਰ ਮਤਾਂ ਪੰਥਾਂ ਦਾ ਕਿਤੇ ਅਧਿਆਤਮਿਕ ਅਨੁਭਵ ਪੜ੍ਹੋ ਨਾ, ਜਿਵੇਂ ਸੂਫੀਆਂ ਦੇ ਅਨੁਭਵ ਨੇ, ਸੂਫੀਆਂ ਦੇ ਜਿੰਨੇ ਵੱਡੇ ਫਕੀਰ ਹੋਏ ਨੇ, ਉਹਨਾਂ ਸਾਰਿਆਂ ਨੇ ਇੱਕ ਅਵਸਥਾ 'ਤੇ ਜਾ ਕੇ ਕਿਹਾ ਹੈ ਕਿ ਇਸ ਤੋਂ ਅੱਗੇ ਨਹੀਂ ਕਿਹਾ ਜਾ ਸਕਦਾ, ਇਸ ਤੋਂ ਅੱਗੇ ਦਾ ਬਿਆਨ ਨਹੀਂ ਹੋ ਸਕਦਾ। ਇਸ ਕਰਕੇ ਉਹਨਾਂ ਨੇ ਇੱਕ ਉਚੇਰੀ ਚੁੱਪ 'ਤੇ ਵੀ ਬੜਾ ਜ਼ੋਰ ਦਿੱਤਾ ਹੈ। ਜਿਵੇਂ ਆਪ ਜੀ ਕਦੇ ਸੂਫੀ ਫਕੀਰਾਂ ਦੇ ਕਲਾਮ ਪੜ੍ਹੋ ਤਾਂ ਉਹਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਤੈਨੂੰ ਉਹ ਅਨੁਭਵ ਪ੍ਰਾਪਤ ਹੋ ਗਿਆ ਹੈ ਅਤੇ ਉਦੋਂ ਚੁੱਪ ਹੋ ਜਾ। ਹੁਣ ਅਸੀਂ ਗੁਰਬਾਣੀ 'ਚ ਕਿਤੇ ਪੜ੍ਹੀਏ ਵਾਕ ਸਤਿਗੁਰੂ ਸਾਹਿਬ ਜੀ ਦੇ, ਹੁਣ ਜਦੋਂ ਅਸੀਂ ਕਰਮਖੰਡ ਦੀ ਜ਼ਿਕਰ ਕੀਤਾ ਉਹਦੇ ਵਿੱਚ ਜ਼ਿਕਰ ਆਉਂਦਾ ਹੈ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ, ਹੋਰ ਤਿੱਥੈ ਜੋਧ ਮਹਾਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ। ਅੱਗੇ ਜ਼ਿਕਰ ਆਉਂਦਾ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾ ਕੇ ਰੂਪ ਨਾ ਕਥਨੇ ਜਾਹੇ। ਹੁਣ ਸਮੱਸਿਆ ਉੱਥੇ ਕਿ ਉੱਥੇ ਜਿਹੜਾ ਸਭ ਜਿਹੜੀਆਂ ਸਮਰੱਥਾਵਾਂ ਨੇ ਉਹ ਆਪਣਾ ਇੱਕ ਜਵਾਬ ਦੇ ਜਾਂਦੀਆਂ ਨੇ ਅਤੇ ਉਹਨੂੰ ਕਿਸੇ ਪ੍ਰਕਾਰ ਵੀ ਨਹੀਂ ਕਥਿਆ ਜਾ ਸਕਦਾ। ਤਾਂ ਇਸੇ ਪ੍ਰਕਾਰ ਫਿਰ ਅੱਗੇ ਜੇ ਕਿਤੇ ਆਪ ਜੀ ਪੌੜੀ ਪੜ੍ਹੋ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਪਰ ਸਾਨੂੰ ਸਤਿਗੁਰੂ ਸਾਹਿਬ ਜੀ ਨੇ ਸ਼ਬਦ ਦਾ ਅਨੁਭਵ ਅਤੇ ਸ਼ਬਦ ਦਾ ਗਿਆਨ ਦੇ ਕੇ ਦੋ ਅਵਸਥਾ ਦੇ ਨਾਲ ਇੰਨੇ ਯੋਗ ਬਣਾਇਆ ਹੈ
कि असी अकथ नूं भी कथन का जिहड़ा है माध्यम यतन रखते हैं, वो भी इस करके नहीं कि उहदा पारावार पाउणा है, इस करके कि उहनूं कथ के जिन्ना असी कथ लिया ओडा वड्डा अनुभव असी मान लिया। इस करके गुरु साहब जी ने सानूं हुण जे असी इस वाक नूं समझण दा यतन करिए, कबीर चरण कमल की मौज को, हुण जे इनूं कुछ थोड़े जे झलकारे मात्र, जिवें ये है कि जिवें हुण कोई मनुख कहंदा गल पूरी नहीं आ रही, तो कहंदा घट्टो घट्ट दी झलक तां नसीब होवे कि झलक किवें दी है, तां कि उहदी झलक प्रेरणा बन जाए, तो फिर उहदा जिहड़ा संपूर्ण दृश्य है, संपूर्ण उहदा नज़ारा है, वो मनुख दे अंदर उतरे। तां इहनूं हुण समझण दा यतन करिए कि चरण कमल की मौज वापरदी किवें है बंदे नाल। हुण इहदा आरंभ तो जिक्र करां, जदों साडा जीवन आरंभ हुंदा है उदों देखो बच्चा हरेक चीज़ नूं बड़ी हैरत दे नाल देखदा है, माता नूं भी बड़ी हैरत, इस करके बच्चे दियां जे किते तुहानूं नेत्र देखने आउण तां देखना कि वो चीज़ां दे प्रति बड़ा एक वंडर दे नुकते तो देख रहा है, कि जिवें उहनूं कोई पता नहीं किड्डे क वखरे जगत विच उतार दिता हुंदा है। वो हरेक चीज़ नूं हैरत दे नाल देखदा है। उहदी शोਅ भी बड़ी कोमल हुंदी है, उहदी शोਅ दे विच ज्ञान ही नहीं हुंदा, ज्ञान हुंदा है पर वो अचेत हुंदा। जिवें बच्चे नूं सप नूं भी छूहण लग्गिया कोई फर्क नहीं पैंदा, उहनूं भी पकड़न दा यतन करदा है, फुੱਲ नूं भी तितली नूं भी। बच्चे दे अंदर दा ये वंडर ज्यों ज्यों अगे चलदा है, जीवन दी जोबन दी अवस्था दे आके मर जांदा है, उहनूं नहीं पता लगदा धरती दे किहड़े वरतारे किवें चल रहे हन। तां फिर हुंदा की है कि जदों बंदा रब्बी सिमरन वाले पासे पै जांदा है, ਉਹਦੇ ਜਿਹੜੇ ਇਹ मर चुके हिस्से ਹੁੰਦੇ ਹਨ, ਜਿਹਦੇ ਵਿੱਚ ਉਹਨੂੰ ਬਾਰਿਸ਼ ਪੈਂਦੀ ਦੇਖ ਕੇ, ਹਵਾਵਾਂ ਚੱਲਦੀਆਂ ਦੇਖ ਕੇ, ਰੁੱਤਾਂ ਦਾ ਸਿਲਸਿਲਾ ਦੇਖ ਕੇ ਕੋਈ ਅਨੁਭਵ ਨਹੀਂ ਹੁੰਦਾ। ਜਿਹੜਾ ਅਸੀਂ ਮੁਦਾਵਣੀ ਸ਼ਬਦ ਪੜ੍ਹਦੇ ਆ ਨਾ ਕਿ ਤਨ ਮਨ ਥੀਵੈ ਹਰਿਆ, ਉਹਦਾ ਇੱਕ ਅਨੁਭਵ ਹੈ। ਹਰਿਆ ਦਾ ਮਤਲਬ ਕੀ ਹੈ ਕਿ ਉਂਝ ਇਹਨਾਂ ਨੇਤਰਾਂ ਨੂੰ ਧਰਤੀ 'ਤੇ ਕਿਹੜੀ ਬਖਸ਼ਿਸ਼ ਵਰਤ ਰਹੀ ਹੈ ਉਹਦਾ ਕੋਈ ਪਤਾ ਨਹੀਂ ਲੱਗ ਰਿਹਾ। ਬਸ ਸਰਲ ਜਿਹੇ ਵਾਕ ਬਣਾਏ ਨੇ ਜੀ, ਮੀਂਹ ਪੈਂਦਾ ਹੈ, ਬਸੰਤ ਆਉਂਦੀ ਹੈ, ਬਸ ਐਂ ਆਖਦੇ ਨੇ। ਜਦੋਂ ਬੰਦਾ ਸਿਮਰਨ ਵਿੱਚ ਜਾਗਦਾ ਹੈ ਉਹਦੇ ਅੰਦਰ ਦਾ ਵੰਡਰ ਜਾਗਦਾ ਹੈ। ਵੰਡਰ ਜਾਗਣ ਦਾ ਮਤਲਬ ਕਿ ਜਿਹੜਾ ਜਲ ਥਲ ਮਈਲ ਰਮਿਆ ਪਰਮੇਸ਼ਰ ਹੈ, ਉਹਦੇ ਦ੍ਰਿਸ਼ ਦਾ ਅਨੁਭਵ ਹੀ ਉਹਦੇ ਅੰਦਰ ਬਣਦਾ। ਇਹਨੂੰ ਬਰੀਕੀ ਦੇ ਨਾਲ ਸਮਝਣ ਦਾ ਯਤਨ ਕਰਨਾ। ਹੁਣ ਉਦਾਹਰਨ ਦੇ ਤੌਰ 'ਤੇ ਜਿਹੜਾ ਮਨੁੱਖ ਚਰਨ ਕਮਲ ਦੀ ਮੌਜ ਵਾਲਾ ਹੈ, ਉਹਦਾ ਦੇਖਣਾ ਰਸ ਭਰਿਆ ਕਿਵੇਂ ਹੁੰਦਾ ਹੈ। ਜਿਵੇਂ ਭਗਤ ਬਾਣੀ ਪੜ੍ਹੋ, ਬਾਣੀ ਦੇ ਵਿੱਚ ਕਿੱਡੇ ਕਮਾਲ ਦੇ ਵਾਕ ਆਏ ਹਨ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਫਲ ਲਾਗੇ ਫਲਨ ਪਾਕਨ ਲਾਗੇ ਆਂਬ, ਜਾਏ ਪਹੁੰਚੇ ਖਸਮ ਕੋ ਜੋ ਬੀਚ ਨਾ ਖਾਹੀ ਕਾਂਬ। ਹੁਣ ਇਹਦੇ ਵਿੱਚ ਜਿਹੜਾ ਨੁਕਤਾ ਸਮਝਣ ਵਾਲਾ ਇਹ ਹੈ ਕਿ ਉਂਝ ਉਹ ਇਹਦੇ ਵਿੱਚ ਦੇਖਦਾ ਹੈ ਭਗਤ ਦੀ ਸਾਰੀ ਜਿਹੜੀ ਕੰਸੈਪਸ਼ਨ ਹੈ, ਇਹਨੂੰ ਜ਼ਿਆਦਾ ਬਰੀਕ ਦੇ ਨਾਲ ਇਹਨੂੰ ਫਿਲਾਸਫੀ ਦੇ ਵਿੱਚ ਅਸਥੈਟਿਕ ਦਾ ਐਕਸਪੀਰੀਅੰਸ ਕਿਹਾ ਜਾਂਦਾ। ਅਸਥੈਟਿਕ ਦੇ ਐਕਸਪੀਰੀਅੰਸ ਦਾ ਮਤਲਬ ਹੁੰਦਾ ਹੈ ਕਿ ਮਿੱਟੀ ਹੈ, ਹੁਣ ਮਿੱਟੀ ਨੂੰ ਅਸੀਂ ਚੱਖ ਕੇ ਦੇਖੀਏ, ਕੋਈ ਰਸ ਨਹੀਂ ਹੈਗਾ ਉਹਦੇ 'ਚ। ਉਹਦੇ ਵਿੱਚ ਇੱਕ ਬੀਜ ਦਾਖਲ ਹੋਇਆ, ਬੀਜ ਬਣਿਆ ਰੁੱਖ। ਉਸ ਰੁੱਖ ਦੇ ਉੱਪਰ ਇੱਕ ਫਲ ਲੱਗਿਆ ਅਤੇ ਫਲ ਦਾ ਜਿਹੜਾ ਪਹਿਲਾ ਰਸ ਸੀ ਉਹ ਖੱਟਾ ਸੀ, ਪਰ ਉਸੇ ਰਸ ਨੇ ਬਾਅਦ 'ਚ ਮਿਠਾਸ ਧਾਰਨ ਕੀਤੀ। ਅਤੇ ਜਦੋਂ ਭਗਤ ਦੇਖਦਾ, ਅਸੀਂ ਕੇਵਲ ਫਲ ਦੇਖਦੇ ਹਾਂ, ਜਦੋਂ ਭਗਤ ਦੇਖਦਾ ਚਰਨ ਕਮਲ ਦੀ ਮੌਜ ਵਾਲਾ, ਅਤੇ ਉਹ ਕਹਿੰਦਾ ਹੈ ਕਿ ਮਿੱਟੀ ਭਾਵੇਂ ਬੇਰਸੀ ਹੈ ਪਰ ਇਹਦੇ ਵਿੱਚ ਅਨੰਤ ਰਸ ਸਮਾਏ ਹੋਏ ਹਨ। ਕਿਉਂਕਿ ਇਹਦੇ ਵਿੱਚ ਰਸ ਹਨ ਤਾਂ ਕਰਕੇ ਫਲ ਵਿੱਚ ਰਸ ਆ ਰਹੇ। ਇਸ ਕਰਕੇ ਉਹ ਪਰਮੇਸ਼ਰ ਨੂੰ ਕਹਿੰਦਾ, ਤੂੰ ਰਸ ਰੂਪ ਹੈ, ਕੋਈ ਵੀ ਐਸੀ ਸ਼ੈ ਨਹੀਂ ਕਹੀ ਜਾ ਸਕਦੀ ਜਿਹਦੇ ਵਿੱਚ ਤੂੰ ਰਸ ਨਹੀਂ। ਇਸ ਕਰਕੇ ਤੂੰ ਰਸਾਂ ਦਾ ਭੰਡਾਰ ਹੈ, ਰਸਾਂ ਦਾ ਦਰਿਆ ਹੈ। ਇਹ ਚਰਨ ਕਮਲ ਦੀ ਮੌਜ ਵਾਲਾ ਬੰਦਾ ਇਹਨੂੰ ਐਂ ਜਾਣਦਾ ਹੈ। ਜਿਵੇਂ ਨਾ ਮਹਾਤਮਾ ਬੁੱਧ ਦੇ ਜੀਵਨ 'ਚ ਇੱਕ ਬੜੀ ਚੰਗੀ ਗੱਲ ਮਿਲਦੀ ਹੈ। ਉਹ ਜਦੋਂ ਉਹਨਾਂ ਨੂੰ ਪ੍ਰਾਪਤੀ ਹੋਈ ਨਾ, ਪਰਮੇਸ਼ਰ ਦੀ ਪ੍ਰਾਪਤੀ ਹੋਈ, ਨਿਰਵਾਣ ਪ੍ਰਾਪਤੀ ਹੋਈ, ਉਹ ਇਕੱਲੇ ਸਨ ਜੰਗਲ ਦੇ ਵਿੱਚ। ਤਾਂ ਜਿਹੜੇ ਕੁਝ ਬੱਚੇ ਸਵਾਸਤ, ਸੁਜਾਤਾ, ਹੋਰ ਜਿਹੜੇ 5-7 ਬੱਚੇ ਸਨ, ਇਹ ਉਹਨਾਂ ਦੇ ਨਾ ਨੇੜੇ ਰਹਿੰਦੇ ਸਨ ਉਹਨਾਂ ਦਿਨਾਂ ਦੇ ਵਿੱਚ ਜਦੋਂ ਸਾਧਨਾ ਕਰ ਰਹੇ ਸਨ। ਜਿਸ ਦਿਨ ਬੱਚੇ ਆਏ, ਤੁਸੀਂ ਦੇਖੋ ਹੁਣ ਮੈਂ ਪਹਿਲਾਂ ਜਿਹੜਾ ਜ਼ਿਕਰ ਕੀਤਾ ਸੀ ਉਹ ਇਸ ਕਰਕੇ ਕੀਤਾ ਸੀ ਕਿ ਗੱਲ ਨੂੰ ਬੰਦਾ ਪਕੜੇ ਸਹੀ, ਕਿੱਥੇ ਗੱਲ ਖੜ੍ਹਦੀ ਕਿੱਥੇ ਹੈ। ਬੱਚੇ ਦੇ ਵੰਡਰ ਦੀ ਗੱਲ ਕੀਤੀ ਸੀ। ਜਦੋਂ ਉਹ ਬੱਚੇ ਅਗਲੇ ਜਿੱਦਣ ਨਿਰਵਾਣ ਪ੍ਰਾਪਤੀ ਹੋਈ, ਅਗਲੇ ਦਿਨ ਮਹਾਤਮਾ ਬੁੱਧ ਕੋਲ ਆਏ ਅਤੇ ਉਹਨਾਂ ਨੇ ਆਉਂਦਿਆਂ ਉਹਨਾਂ ਨੂੰ ਨਮਸਕਾਰ ਕੀਤੀ, ਸਭ ਕੁਝ ਕੀਤਾ। ਅਤੇ ਸੁਜਾਤਾ ਅਤੇ ਸਵਾਸਿਤ 2 ਬੱਚੇ ਸਨ। ਇਹਨਾਂ ਨੇ ਮਹਾਤਮਾ ਬੁੱਧ ਨੂੰ ਪਹਿਲਾ ਵਾਕ ਨਮਸਕਾਰ ਕਰਨ ਤੋਂ ਬਾਅਦ ਕਿਹਾ ਕਿ ਮਹਾਤਮਾ ਬੁੱਧ, ਅੱਜ ਤੁਸੀਂ ਉਹੋ ਜਿਹੇ ਨਹੀਂ ਲੱਗ ਰਹੇ ਜਿਹੋ ਜਿਹੇ ਕੱਲ੍ਹ ਲੱਗ ਰਹੇ ਸੀ। ਜਿਵੇਂ ਦੇ ਤੁਹਾਡੇ ਚਿਹਰੇ ਤੋਂ ਨੁਹਾਰ ਕੱਲ੍ਹ ਪੈ ਰਹੀ ਸੀ, ਉਹ ਅੱਜ ਨਹੀਂ ਪੈ ਰਹੀ। ਅੱਜ ਤੁਹਾਡੇ 'ਚ ਬੜਾ ਬਦਲਾਅ ਵਾਪਰਿਆ ਹੈ। ਜਦੋਂ ਮਹਾਤਮਾ ਬੁੱਧ ਨੇ ਇਹ ਵਾਕ ਸੁਣੇ ਤਾਂ ਉਹਨਾਂ ਨੇ ਉੱਥੇ ਇੱਕ ਗਿਆਨ ਦਾ ਵਾਕ ਕਿਹਾ
कि ਜਿਹੜੇ ਪਰਮੇਸ਼ਰ ਦੇ ਮਿਲਣ ਦਾ ਅਨੁਭਵ ਹੈ, ਵਿਸਮਾਦ ਹੈ, ਵੰਡਰ ਹੈ, ਜਾਂ ਤਾਂ ਉਹਨੂੰ ਬੱਚੇ ਵਰਗੀ ਸੁਰਤ 'ਚ ਮਾਣਿਆ ਜਾ ਸਕਦਾ ਹੈ ਜਾਂ ਪਰਮ ਧਿਆਨੀ ਹੋ ਕੇ ਮਾਣਿਆ ਜਾ ਸਕਦਾ। ਅੱਧੀ ਅਧੂਰੀ ਵਾਲਾ ਬੰਦਾ ਉਹਨੂੰ ਨਹੀਂ ਮਾਣ ਸਕਦਾ। ਤਾਂ ਇਸੇ ਪ੍ਰਕਾਰ ਫਿਰ ਉਹ ਕਹਿਣ ਲੱਗੇ, ਹਾਂ ਤੁਸੀਂ ਠੀਕ ਅਨੁਭਵ ਕੀਤਾ ਹੈ। ਕਹਿੰਦੇ ਫਿਰ ਤੁਹਾਡੇ 'ਚ ਜਿਹੜਾ ਬਦਲਾਅ ਆਇਆ ਹੈ, ਕਹਿੰਦੇ ਕਿ ਉਹਨਾਂ ਨੇ ਕਿਹਾ ਕਿ ਮੈਨੂੰ ਨਿਰਵਾਣ ਪ੍ਰਾਪਤੀ ਹੋਈ। ਉਹ ਬੱਚਿਆਂ ਨੇ ਕਿਹਾ ਸਾਨੂੰ ਵੀ ਅਨੁਭਵ ਕਰਾਓ। ਵੇਖੋ ਕਿੱਡੀ ਵੱਡੀ ਗੱਲ ਹੈ ਕਿ ਜਿਹੜੀਆਂ ਗੱਲਾਂ ਸਾਧਨਾ ਦੀਆਂ ਹਨ, ਜਿਹੜੇ ਐਡੀਆਂ ਵੱਡੀਆਂ ਉਹਨਾਂ ਨੇ ਅਧਿਆਤਮ ਦੀਆਂ, ਧਿਆਨ ਦੀਆਂ ਅਵਸਥਾ ਪਾਰ ਕਰਕੇ ਨਿਰਵਾਣ ਨੂੰ ਪਹੁੰਚੇ, ਉਹ ਬੱਚੇ ਕਹਿ ਰਹੇ ਸਾਨੂੰ ਵੀ ਅਨੁਭਵ ਕਰਾਓ। ਅਤੇ ਮਹਾਤਮਾ ਬੁੱਧ ਨੇ ਕਿਵੇਂ ਅਨੁਭਵ ਕਰਾਇਆ, ਇਸ ਗੱਲ 'ਤੇ ਧਿਆਨ ਦੇਣਾ। ਉਹ ਉਹਦੇ ਲਈ ਫਲ ਲੈ ਕੇ ਆਏ ਸਨ, ਸੰਤਰੇ ਦਾ ਫਲ ਸੀ। ਅਤੇ ਮਹਾਤਮਾ ਬੁੱਧ ਨੇ ਕਿਹਾ ਕਿ ਪੂਰਾ ਤਾਂ ਨਹੀਂ, ਪਰ ਤੁਹਾਨੂੰ ਝਲਕ ਮਾਤਰ ਮੈਂ ਅਨੁਭਵ ਕਰਾ ਸਕਦਾ, ਇਸ ਕਰਕੇ ਕੀ ਕਰੋ। ਉਹਨਾਂ ਨੇ ਉਸ ਫਲ ਦੀਆਂ ਇੱਕ ਇੱਕ ਟੁਕੜੀ ਕੱਢੀ ਅਤੇ ਉਹ ਕਿਹਾ ਕਿ ਇਹਨੂੰ ਪਕੜ ਲਓ, ਇਹਨੂੰ ਆਪਣੇ ਮੂੰਹ ਵਿੱਚ ਰੱਖ ਲੈਣਾ ਅਤੇ ਇਹਦੇ ਇੱਕ ਇੱਕ ਜਿਹੜਾ ਕਤਰਾ ਹੈ ਉਹਦੇ ਵਿੱਚੋਂ ਜਿਹੜਾ ਰਸ ਬਣਨਾ ਹੈ, ਉਹ 'ਤੇ ਪੂਰਾ ਧਿਆਨ ਰੱਖੋ ਕਿ ਕਿਵੇਂ ਸਾਡੀ ਮੂੰਹ ਦੇ ਵਿੱਚ ਦਬਾਇਆ ਗਿਆ, ਕਿਵੇਂ ਇੱਕ ਨਿੱਕੇ ਨਿੱਕੇ ਕਤਰੇ 'ਚੋਂ ਰਸ ਨਿਕਲਿਆ। ਉਹ ਫਿਰ ਰਸ ਸਾਡੇ ਸਰੀਰ ਵਿੱਚ ਕਿਵੇਂ ਗਰਦਿਸ਼ ਕਰਦਾ ਹੋਇਆ ਸਾਰੇ ਸਰੀਰ 'ਚ ਫੈਲ ਗਿਆ ਅਤੇ ਸਾਨੂੰ ਮਿਠਾਸ ਦਾ ਅਨੁਭਵ ਹੋਇਆ। ਇਹਦੇ 'ਤੇ ਧਿਆਨ ਕੇਂਦਰਿਤ ਰੱਖਣਾ ਬਸ ਖਾਂਦੇ ਸਾਰ। ਉਹ ਜਦੋਂ ਉਹਨਾਂ ਨੇ ਇਸ ਤਰ੍ਹਾਂ ਕੀਤਾ, ਉਹ ਸਾਰਾ, ਅਤੇ ਬਾਅਦ 'ਚ ਮਹਾਤਮਾ ਬੁੱਧ ਨੇ ਕਿਹਾ ਕਿ ਜਿਹੜਾ ਮਿਠਾਸ ਦਾ ਤੁਹਾਨੂੰ ਅਨੁਭਵ ਹੋਇਆ ਇਸ ਫਲ ਦੀ ਦਾ, ਉਹਦੇ ਬਾਰੇ ਦੱਸੋ। ਤਾਂ ਉਹ ਕਹਿਣ ਲੱਗੇ, ਉਹਨਾਂ ਕਹਿੰਦਾ ਕਿ ਫ਼ਰਕ ਕੀ ਹੋਇਆ, ਪਹਿਲਾਂ ਵੀ ਖਾਂਦੇ ਸੀ ਹੁਣ ਵੀ ਖਾਂਦੇ ਸੀ। ਕਹਿੰਦੇ ਹੁਣ ਜਦੋਂ ਖਾਧਾ ਉਦੋਂ ਇਹ ਅਨੁਭਵ ਹੋਇਆ ਕਿ ਜਦੋਂ ਧਿਆਨ ਦੀ ਅਵਸਥਾ ਦੇ ਵਿੱਚ ਰਸ ਵਾਪਰਦਾ ਹੈ ਅਤੇ ਫਿਰ ਬੰਦੇ ਨੂੰ ਆਪਣਾ ਰੋਮ ਰੋਮ ਜਿਹੜਾ ਹੈ ਰਸ ਭਰਿਆ ਨਜ਼ਰ ਆਉਂਦਾ ਹੈ, ਨਹੀਂ ਤਾਂ ਉਂਝ ਬੰਦਾ ਕਿੰਨਾ ਖਾਈ ਜਾਂਦਾ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਚਰਨ ਕਮਲ ਕੀ ਮੌਜ ਕਹੋ। ਜਿਹੜਾ ਚਰਨ ਕਮਲ ਦੀ ਮੌਜ ਵਿੱਚ ਜੜਿਆ ਬੰਦਾ ਹੈ, ਸਾਰੀ ਧਰਤੀ ਉਹਦੇ ਲਈ ਰਸ ਰੂਪ ਹੋ ਜਾਂਦੀ ਹੈ। ਉਹ ਇਸ ਗੱਲ ਦੀ ਵੀ ਹੈਰਤ ਵਿੱਚ ਜਾਂਦਾ ਹੈ ਕਿ ਜ਼ਮੀਨ ਦਾ ਆਪਣਾ ਕੋਈ ਰਸ ਨਹੀਂ, ਪਰ ਜਦੋਂ ਇਹਦੇ ਵਿੱਚ ਕੁਝ ਬੀਜਿਆ ਜਾਂਦਾ, ਮਿਠਾਸ ਵੀ ਇਹਦੇ 'ਚੋਂ ਪੈਦਾ ਹੁੰਦੀ ਹੈ, ਕੁੜੱਤਣ ਵੀ ਇਹਦੇ 'ਚੋਂ ਪੈਦਾ ਹੁੰਦੀ ਹੈ। ਇਸ ਕਰਕੇ ਉਹ ਰਸ ਰੂਪ ਕਰਕੇ ਪਰਮੇਸ਼ਰ ਨੂੰ ਜਾਣਦਾ ਹੈ। ਫਿਰ ਉਹ ਇਹਦਾ ਉੱਤਰ ਬਣਾਉਂਦਾ ਹੈ। ਇਹ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਸਮਝ ਆ ਸਕਦੀ ਹੈ। ਹੁਣ ਜਿਵੇਂ ਸਾਨੂੰ ਕੋਈ ਕਹੇ ਕਿ ਮਿਠਾਸ ਕਿਹੋ ਜਿਹੀ ਹੁੰਦੀ ਹੈ, ਅਸੀਂ ਕਹਾਂਗੇ ਜੀ ਮਿੱਠਾ ਫਲ ਖਾ ਲੈ, ਕੋਈ ਮਠਿਆਈ ਖਾ ਲੈ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੀ ਚਰਨ ਕਮਲ ਦੀ ਮੌਜ ਹੈ, ਉਹਦੇ ਵਿੱਚ ਜੁੜ ਕੇ ਜਿਹੜਾ ਰਸ ਮਿਲ ਰਿਹਾ ਹੈ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਸੱਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ, ਤੁਧ ਕੇ ਬੜੀਆਂ ਗੁਲਕੰਦ ਵਰਗੀਆਂ ਬੜੀਆਂ ਮਿਠਾਸ ਭਰੀਆਂ ਅਵਸਥਾ ਨੇ, ਪਰ ਜਿਹੜਾ ਉੱਥੇ ਰਸ ਹੈ ਉਹ ਇਹ ਸਾਰੇ ਦੁਨਿਆਵੀ ਜਾਂ ਜਿਹੜੇ ਇੱਧਰਲੇ ਰਸ ਹਨ ਉਹਦੀ ਬਰਾਬਰੀ ਨਹੀਂ ਕਰ ਸਕਦੇ। ਤਾਂ ਕਰਕੇ ਉਹਨੂੰ ਮਹਾਰਸ ਕਿਹਾ ਗਿਆ ਹੈ। ਇਸੇ ਪ੍ਰਕਾਰ ਇਹ ਪਹਿਲਾ ਜ਼ਿਕਰ ਚਰਨ ਕਮਲ ਦੀ ਮੌਜ ਵਾਲਾ ਬੰਦਾ ਪਰਮੇਸ਼ਰ ਨੂੰ ਰਸ ਰੂਪ ਕਰਕੇ ਵੀ ਦੇਖਦਾ ਹੈ। ਅਗਲਾ ਅਨੁਭਵ ਦ੍ਰਿਸ਼ ਕਰਕੇ। ਹੁਣ ਅਸੀਂ ਧਰਤੀ 'ਤੇ ਕਿੰਨੇ ਵਰਤਾਰੇ ਦੇਖਦੇ ਹਾਂ, ਸਾਨੂੰ ਕੋਈ ਮਹਿਸੂਸ ਨਹੀਂ ਹੁੰਦੇ। ਜਿਹੜਾ ਚਰਨ ਕਮਲ ਦੀ ਮੌਜ ਵਾਲਾ ਬੰਦਾ ਹੈ, ਉਹ ਧਰਤੀ 'ਤੇ ਜਿਹੜੇ ਦ੍ਰਿਸ਼ ਵਾਪਰਦੇ ਨੇ ਉਹਨਾਂ ਸਾਰਿਆਂ ਨੂੰ ਵੀ ਕਿਸੇ ਵੱਡੇ ਨੁਕਤੇ ਨਾਲ ਜੋੜ ਕੇ ਦੇਖਦਾ ਹੈ। ਉਹ ਦੇਖਦਾ ਹੈ ਕਿ ਧਰਤੀ ਦੀ ਜਿਹੜੀ ਬੂੰਦ ਵਰਖਾ ਦੇ ਰੂਪ ਵਿੱਚ ਟਪਕ ਰਹੀ ਹੈ, ਇਹਦਾ ਕਿੱਡਾ ਵੱਡਾ ਸਫ਼ਰ ਹੈ। ਉਹ ਦੇਖਦਾ ਹੈ ਪਹਿਲਾਂ ਇਹ ਸਮੁੰਦਰ ਦੇ ਵਿੱਚੋਂ ਉੱਡੀ, ਆਕਾਸ਼ ਦੇ ਵਿੱਚ ਗਈ, ਉੱਥੇ ਜਾ ਕੇ ਜੰਮ ਗਈ, ਫਿਰ ਧਰਤੀ ਨੂੰ ਤ੍ਰਿਪਤ ਕਰ ਰਹੀ ਹੈ। ਜਦੋਂ ਇਸ ਦ੍ਰਿਸ਼ ਨੂੰ ਦੇਖਦਾ ਤਾਂ ਉਹ ਫਿਰ ਕਹਿੰਦਾ ਹੈ, ਮੀਂਹੋਂ ਪਿਆ ਪਰਮੇਸ਼ਰ ਪਾਇਆ। ਗੁਰਬਾਣੀ ਦਾ ਜਿਹੜਾ ਬਹੁਤਾ ਗਾਇਨ ਹੈ ਨਾ, ਉਹ ਵਿਸਮਾਦ ਵਿੱਚ ਹੈ, ਕਿਉਂਕਿ ਸਾਨੂੰ ਸਾਡੀ ਸੁਰਤ ਦੇ ਉਨੇ ਹਿੱਸੇ ਖੁੱਲ੍ਹੇ ਨਹੀਂ ਹੋਏ। ਹੁਣ ਨਾ ਤਾਂ ਪੰਜਾਬ 'ਚ ਚਿੱਤਰਕਾਰੀ ਹੈ, ਨਾ ਪੰਜਾਬ 'ਚ ਸੰਗੀਤ ਹੈ, ਅਸਥੈਟਿਕ ਦਾ ਐਕਸਪੀਰੀਅੰਸ ਨਹੀਂ ਹੈ, ਮਿਸਟੀਸਿਜ਼ਮ ਦਾ ਐਕਸਪੀਰੀਅੰਸ ਨਹੀਂ ਹੈ, ਮਿਊਜ਼ਿਕ ਦਾ ਐਕਸਪੀਰੀਅੰਸ ਨਹੀਂ ਹੈ। ਜਿਵੇਂ ਸਾਨੂੰ ਹੁਣ ਅੱਜ ਕਿਤੇ ਇੱਥੇ ਸ਼ੁੱਧ ਰਾਗ ਗਾਇਆ ਜਾਵੇ ਤਾਂ ਬੜੇ ਬੰਦੇ ਕਹਿ ਦੇਣਗੇ ਜੀ ਮੈਨੂੰ ਤਾਂ ਸਮਝ ਹੀ ਨਹੀਂ ਆਉਂਦਾ। ਕਿਉਂ? ਕਿਉਂਕਿ ਉਹਨਾਂ ਦਾ ਵੰਡਰ ਹੀ ਨਹੀਂ ਜਾਗਿਆ ਹੋਇਆ। ਉਹਨਾਂ ਨੂੰ ਉਹ ਨਿਮਨ ਲੈਵਲ ਦੀ ਧੁਨ ਸਮਝ ਆਉਂਦੀ ਹੈ, ਜਿਹੜੀ ਉਹਨਾਂ ਦੇ ਮਾਨਸਿਕ ਹਿੱਸੇ ਦੀ ਲੋੜ 'ਚੋਂ ਪੈਦਾ ਹੋ ਰਹੀ ਹੈ। ਰਾਗ ਦੀ ਅਨੁਪਮਤਾ ਕੀ ਹੈ, ਇਹ ਬਹੁਤ ਘੱਟ ਬੰਦਿਆਂ ਦੀ ਪਕੜ 'ਚ ਹੁੰਦੀ ਹੈ। ਔਰ ਦੂਜੀ ਗੱਲ, ਜਿਵੇਂ ਰਾਗ ਦੀ ਗੱਲ ਚੱਲੀ ਹੈ, ਹੁਣ ਰਾਗ ਦੇ ਵਿੱਚ ਭਾਰਤੀ ਸ਼ਾਸਤਰੀ ਸੰਗੀਤ ਨੇ ਐਸੇ ਸਾਜ਼ ਪੈਦਾ ਕੀਤੇ ਨੇ, ਉਹਨਾਂ ਸਾਜ਼ਾਂ ਨੂੰ ਸੁਣ ਕੇ ਦੇਹ ਦਾ ਸੰਗੀਤ ਸੁਣਿਆ ਜਾ ਸਕਦਾ। ਹੁਣ ਕਿਸੇ ਨੂੰ ਪਤਾ ਮੇਰੀ ਦੇਹ ਦਾ ਕੀ ਸੰਗੀਤ ਹੈ? ਬਹੁਤ ਕੋਈ ਵੀ ਨਹੀਂ ਬੰਦੇ ਨੂੰ ਪਤਾ ਹੈਗਾ ਕਿ ਦੇਹ ਦਾ ਵੀ ਕੋਈ ਸੰਗੀਤ ਹੁੰਦਾ ਹੈ। ਇੱਕ ਤਾਂ ਇਹ ਨਾ ਕਿ ਵਾਜੇ ਦੇ ਸੱਤ ਸੁਰ ਨੱਪੇ 'ਤੇ ਕੋਈ ਸੰਗੀਤ ਪੈਦਾ ਹੋਇਆ, ਕਿਸੇ ਬੰਦੇ ਨੂੰ ਪਤਾ ਕਿ ਮੇਰੀ ਦੇਹ ਦਾ ਸੰਗੀਤ ਕੀ ਹੁੰਦਾ ਹੈ। ਇਸ ਕਰਕੇ ਜਿਹੜਾ ਗੁਰਬਾਣੀ 'ਚ ਆਉਂਦਾ ਹੈ ਕਿ ਪੰਚ ਸ਼ਬਦ ਵੱਜੇ, ਉਹਦਾ ਮਤਲਬ ਇਹੀ ਹੈ ਕਿ ਬੰਦਾ ਆਪਣੀ ਦੇਹ ਦੇ ਅੰਦਰਲੇ ਸੰਗੀਤ ਨੂੰ ਵੀ ਸੁਣੇ ਕਿ ਜਿਹੜੀ ਮੇਰੇ ਸਾਹਾਂ ਦੀ ਗਰਦਸ਼ ਹੈ, ਇਹਦੇ ਵਿੱਚ ਜਦੋਂ ਉਚਾਰਨ ਪੈਦਾ ਹੁੰਦਾ ਹੈ, ਗਾਇਨ ਪੈਦਾ ਹੁੰਦਾ ਹੈ, ਅਤੇ ਇਹ ਕਿਸ ਸਾਜ਼ ਦੀ ਰਹਿਨੁਮਾਈ ਕਰਦੇ ਹਨ। ਜੇ ਕਿਤੇ ਸ਼ਾਸਤਰੀ ਸੰਗੀਤ ਨੂੰ ਪੜ੍ਹੀਏ ਨਾ, ਤਾਂ ਜਿਹੜੀ ਰੁਦਰ ਵੀਣਾ,
ਨਾਰਦ ਵੀਣਾ, ਸ਼ਿਵ ਵੀਣਾ, ਇਹ ਜਿਹੜੇ ਸਾਜ਼ ਨੇ ਉਹਨਾਂ ਦੀ ਬੜੀ ਵੱਡੀ ਫਿਲੋਸਫੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਚਰਨ ਕਮਲ ਕੀ ਮੌਜ ਕੋ। ਫਿਰ ਜਿਹੜਾ ਚਰਨ ਕਮਲ ਦੀ ਮੌਜ ਵਾਲਾ ਬੰਦਾ ਹੈ, ਜਦੋਂ ਆਪ ਕੀਰਤਨ ਕਰਦਾ ਹੈ, ਆਪ ਪ੍ਰਭੂ ਦੇ ਗੁਣ ਉਚਾਰਨ ਕਰਦਾ ਹੈ, ਤੇ ਉਹਦੀ ਚਰਨ ਕਮਲ ਦੀ ਮੌਜ ਦਾ ਵੱਡਾ ਪਸਾਰ ਕੀ ਹੁੰਦਾ ਹੈ, ਉਹਨੂੰ ਲੱਗਦਾ ਮੈਂ ਇਕੱਲਾ ਨਹੀਂ ਗਾ ਰਿਹਾ, ਆਹ ਪੰਛੀ ਵੀ ਗਾ ਰਹੇ ਨੇ। ਉਹਨੂੰ ਇਹ ਲੱਗਦਾ ਹੈ ਕਿ ਜਿਹੜੇ ਆ ਬੱਦਲ ਗੜਕ ਰਹੇ ਨੇ ਇਹ ਕੇਵਲ ਗਰਜ ਨਹੀਂ ਰਹੇ, ਇਹ ਵੀ ਉਹਦੇ ਗੁਣਾਂ ਨੂੰ ਵਿਰਾਟ ਧੁਨੀ ਦੇ ਨਾਲ ਉਚਾਰ ਰਹੇ ਹਨ। ਅਤੇ ਧਰਤੀ ਦੇ ਜਿਹੜੇ ਦਰਿਆਵਾਂ ਦੇ ਛਲਕਣ ਦਾ ਸ਼ੋਰ ਪੈਦਾ ਹੋ ਰਿਹਾ, ਇਹ ਵੀ ਉਹਨੂੰ ਗਾ ਰਹੇ ਹਨ। ਏਡੀ ਵੱਡੀ ਚਰਨ ਕਮਲ ਦੇ ਮੌਜ ਦੇ ਬੰਦੇ ਵਾਲਾ ਜੀਵਨ ਹੁੰਦਾ। ਤਾਂ ਕਰਕੇ ਉਹ ਦੁਨੀਆ ਤੋਂ, ਇਸ ਕਰਕੇ ਨਾ ਮੈਂ ਅੱਜ ਹੀ ਵਿਚਾਰ ਪੜ੍ਹ ਰਿਹਾ ਸੀ, ਉਹਦੇ ਵਿੱਚ ਨਾ ਕਮਾਲ ਦੀ ਖਿਆਲ ਸਮਝ ਆਇਆ। ਪੜ੍ਹਦੇ ਤਾਂ ਅਕਸਰ ਵੀ ਆ। ਉਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਅਨੁਭਵ ਰੱਖਿਆ ਹੋਇਆ। ਕਹਿੰਦੇ ਕਿ ਗੁਰੂ ਨਾਨਕ ਸਾਹਿਬ ਜੀ ਦਾ ਵਾਕ ਹੈ ਕਿ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕਉ ਮੰਗਣ ਚਿੱਤ ਨਾ ਆਵੇ। ਕਹਿੰਦੇ ਕਿ ਪਰਮੇਸ਼ਰ ਦੇ ਗੁਣ ਗਾਏ ਕਿ ਉਹਦਾ ਮਿਲਾਪ ਪੈਦਾ ਹੋ ਜਾਏ। ਕਹਿੰਦੇ ਜਦੋਂ ਉਹਦੇ ਦਰਬਾਰ ਦੇ ਵਿੱਚ ਪਹੁੰਚੇ, ਢਾਡੀ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਆਖਦੇ ਨੇ, ਕਹਿੰਦੇ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕਉ ਮੰਗਣ ਚਿੱਤ ਨਾ ਆਵੇ। ਇਸ ਕਰਕੇ ਜਿਹੜਾ ਕਹਿੰਦੇ ਨਾ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ, ਉਹਦਾ ਮਤਲਬ ਹੈ ਕਿ ਜਦੋਂ ਅਸਲ ਮਿਲ ਗਿਆ ਉਦੋਂ ਸਾਰਾ ਕੁਝ ਬਿਨਸ ਜਾਏਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ। ਕਿਹੜਾ ਐਸਾ ਪ੍ਰਮਾਣ ਆਪਦੇ ਸਨਮੁਖ ਰੱਖਾਂ, ਕਿਹੜਾ ਦ੍ਰਿਸ਼ ਦੱਸਾਂ ਜਿਹਦੇ ਨਾਲ ਅਨੁਭਵ ਹੋ ਸਕੇ ਕਿ ਚਰਨ ਕਮਲ ਦੀ ਮੌਜ ਬੜੀ ਵੱਡੀ ਹੁੰਦੀ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹਿਬੇ ਕਉ ਸੋਭਾ ਨਹੀਂ। ਕਿੰਨਾ ਵੀ ਕਹਿ ਲਵਾਂ, ਜਿਵੇਂ ਅਸੀਂ ਵੀ ਵਿਚਾਰ ਦੇ ਨੁਕਤੇ ਤੋਂ ਕਿੰਨਾ ਸਮਝਣ ਦਾ ਯਤਨ ਕੀਤਾ ਹੈ, ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਠੀਕ ਹੈ ਕਿ ਇਹਦੇ ਨਾਲ ਅਨੁਭਵ ਹੋ ਸਕਦਾ ਹੈ, ਪਰ ਅਸਲ ਉਦੋਂ ਹੀ ਹੋਏਗਾ ਜਦੋਂ ਸਾਹਮਣੇ ਨਜ਼ਰ ਆ ਜਾਏਗਾ। ਜਿਵੇਂ ਇੱਕ ਸ਼ਾਇਰ ਦਾ ਕਥਨ ਹੈ, ਜਬ ਮੂਰਤ ਉਨ ਕੀ ਆਏ ਗਈ ਤਬ ਨਾਚਤ ਸਾਰੀ ਥਿਰ ਪਈ। ਕੇ ਜਦੋਂ ਤੱਕ ਉਹ ਨਹੀਂ ਸੀ ਪ੍ਰਗਟ, ਉਹਨਾਂ ਚਿਰ ਹੀ ਨਾਚ ਚੱਲਦਾ ਸੀ। ਜਦੋਂ ਨਾਚ ਦਾ ਸਰਜਾ ਆ ਗਿਆ ਉਦੋਂ ਨਾਚ ਹੀ ਭੁੱਲ ਗਿਆ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਦਾ ਵਾਕ ਹੈ, ਕਹੋ ਕਬੀਰ ਗੂੰਗੈ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਦਰਅਸਲ ਗੱਲ ਪਤਾ ਕੀ ਹੈ, ਅਸੀਂ ਅੱਜ ਜਿਹੜੇ ਅਧਿਆਤਮਿਕ ਤੌਰ 'ਤੇ ਸਿੱਖ ਬੜੇ ਹੀ ਕਮਜ਼ੋਰ ਨੇ, ਬਹੁਤ ਜ਼ਿਆਦਾ ਹੀ ਕਮਜ਼ੋਰ ਨੇ। ਕੋਈ ਵੀ ਅਧਿਆਤਮ ਦਾ ਐਕਸਪੀਰੀਅੰਸ ਨਾ ਕਮਾਉਣ ਦਾ ਹਿੰਮਤ ਰੱਖਦੇ ਨੇ ਅਤੇ ਨਾ ਉਹਦਾ ਚਾਅ ਹੈ। ਸ਼ਬਦ ਦੇ ਨਾਲ ਜੁੜ ਕੇ ਸਿਮਰਨ ਦੀ ਅਵਸਥਾ ਦਾ ਕੀ ਹੈ, ਅਤੇ ਜਦੋਂ ਸ਼ਬਦ ਦਾ ਜਪ ਕਰਾਈਦਾ ਉਹਦੀ ਧੁਨੀ ਤੋਂ ਹੀ ਅਨੁਭਵ ਹੋ ਜਾਂਦਾ ਕਿ ਇਹਨਾਂ ਦੇ ਅੰਦਰ ਸ਼ਬਦ ਜੁੜਿਆ ਨਹੀਂ ਹੋਇਆ। ਨਹੀਂ ਤਾਂ ਬੰਦੇ ਨੂੰ ਸ਼ਬਦ ਕਾਂਬੇ ਵੀ ਛੇੜਦਾ ਹੈ, ਹੁਲਾਰੇ ਵੀ ਦਿੰਦਾ ਹੈ, ਅਤੇ ਉਹਦੇ ਅੰਦਰ ਨੂੰ ਨਿਹਾਲ ਵੀ ਕਰਦਾ ਹੈ। ਜਿਵੇਂ ਹੁਣ ਉਹਦੇ ਵਿੱਚ ਆਪਣੇ ਆਪ ਨੂੰ ਤਾਂ ਪਾਇਆ ਨਹੀਂ ਨਾ, ਤਾਂ ਕਰਕੇ ਸਾਡਾ ਕੀਰਤਨ ਨਹੀਂ ਬਣਦਾ। ਸਾਡਾ ਕੀਰਤਨ ਕੇਵਲ ਇੱਕ ਵਾਰ ਹੀ ਰਹਿ ਜਾਂਦਾ ਹੈ, ਕਿਉਂਕਿ ਅਸੀਂ ਕੀਰਤਨ ਦੇ ਵਿੱਚ ਕਰਦੇ ਹਾਂ ਇਹ ਸਮਝਦੇ ਹਾਂ ਕਿ ਇਹ ਸ਼ਬਦ ਹੈ ਅਤੇ ਇਹ ਮੈਂ ਹਾਂ, ਮੇਰੀ ਜ਼ੁਬਾਨ ਹੈ ਅਤੇ ਮੈਂ ਇਹਨੂੰ ਗਾਉਣਾ ਹੈ। ਅਸੀਂ ਇਹ ਨਹੀਂ ਸ਼ਬਦ ਦੇ ਕਿ ਇਹੀ ਅਸਲ ਹੈ ਮੇਰਾ, ਅਤੇ ਇਹਦੇ ਵਿੱਚ ਅਭੇਦ ਹੋਣਾ ਹੀ ਮੇਰੇ ਜੀਵਨ ਦੀ ਮੰਜ਼ਿਲ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹਿਬੇ ਕਉ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਉਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਇਸ ਕਰਕੇ ਦੇਖਿਆ ਹੀ ਉਹਦਾ ਅਨੁਭਵ ਬਣਦਾ ਹੈ। ਹੁਣ ਉਦਾਹਰਨ ਦੇ ਤੌਰ 'ਤੇ ਕੁਝ ਚੀਜ਼ਾਂ ਦੇਖ ਕੇ ਹੀ ਪਤਾ ਲੱਗਦੀਆਂ ਨੇ। ਦੇਖ ਕੇ ਦਾ ਮਤਲਬ ਕੀ ਹੈ? ਉਹਦਾ ਮਤਲਬ ਹੈ ਦੇਖ ਕੇ ਵੀ ਅਨੁਭਵ ਨਹੀਂ ਹੁੰਦਾ, ਦੇਖ ਕੇ ਵੀ ਇਹਦਾ ਮਤਲਬ ਹੈ ਕਿ ਜਿਹੜੇ ਬੰਦੇ ਵੱਡੀ, ਇਸ ਕਰਕੇ ਕਦੇ ਆਪ ਜੀ ਵੱਡੇ ਸੰਤਾਂ ਦਾ, ਫਕੀਰਾਂ ਦਾ ਜੀਵਨ ਪੜ੍ਹਿਓ। ਉਹ ਸਾਡੇ ਕਥਾਵਾਚਕਾਂ ਵਾਂਗ ਬਹੁਤਾ ਬੋਲਦੇ ਨਹੀਂ, ਉਹ ਬਹੁਤ ਇੱਕ ਦੋ ਹੀ ਵਾਕ ਹੁੰਦੇ ਨੇ ਉਹਨਾਂ ਕੋਲੋਂ। ਇਹਦਾ ਮਤਲਬ ਕੀ ਹੈ ਕਿ ਉਹਦਾ ਜਿਹੜਾ ਗਿਆਨ ਹੈ, ਉਹਦਾ ਜਿਹੜਾ ਅਨੁਭਵ ਹੈ, ਉਹ ਜਦੋਂ ਬਿਆਨ ਹੁੰਦਾ ਤਾਂ ਉਹ ਬੜੀ ਸਾਦਗੀ ਦੇ ਵਿੱਚ ਬਿਆਨ ਹੁੰਦਾ, ਔਰ ਬੜੀ ਸਰਲਤਾ ਦੇ ਵਿੱਚ ਬਿਆਨ ਹੁੰਦਾ ਹੈ। ਇਸ ਕਰਕੇ ਕਿਉਂਕਿ ਉਹਨੂੰ ਪਤਾ ਹੈ ਕਿ ਉਹ ਅਕਥ ਹੈ, ਮੈਂ ਕਿਸ ਤਾਣ ਨਾਲ ਕੱਥ ਸਕਦਾ ਹਾਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੇਖਾ ਹੀ ਪ੍ਰਵਾਨ। ਹੁਣ ਮੈਂ ਕੁਝ ਕੁ ਸੰਕੇਤ ਦੇਵਾਂ ਆਪ ਨੂੰ ਤਾਂ ਕਿ ਗੱਲ ਹੋਰ ਸਪਸ਼ਟ ਹੋ ਜਾਏ ਕਿ ਚਰਨ ਕਮਲ ਦੀ ਮੌਜ ਦਾ ਸਿਲਸਿਲਾ ਕੀ ਬਣਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦਾ ਅਸੀਂ ਅਨੁਭਵ ਮਾਣਦੇ ਹਾਂ। ਤਾਂ ਹੁਣ ਜਿਹੜੀ ਚਰਨ ਕਮਲ ਦੀ ਮੌਜ ਵਿੱਚ ਰਤਿਆ ਬੰਦਾ ਹੈ, ਦੇਖੋ ਕਦੀ ਗੁਰੂ ਨਾਨਕ ਸਾਹਿਬ ਜੀ ਦੀ ਨਾ ਉਦਾਸੀਆਂ ਨੂੰ ਬੜਿਆਂ ਨੁਕਤਿਆਂ ਤੋਂ ਸਮਝਿਆ ਕਰੋ। ਅਸੀਂ ਜਾਣਦੇ ਹਾਂ ਕਿ ਜਦੋਂ ਗੁਰੂ ਨਾਨਕ ਸਾਹਿਬ ਇੱਕ ਜਗ੍ਹਾ ਮੱਝੀਆਂ ਚਰਾਉਂਦਿਆਂ ਵਿਰਾਮ ਕਰ ਰਹੇ ਸਨ, ਉਹਨਾਂ ਨੂੰ ਸਰਪ ਨੇ ਛਾਂ ਕੀਤੀ। ਇਹਦਾ ਮਤਲਬ ਹੈ ਚਰਨ ਕਮਲ ਦੀ ਮੌਜ ਵਾਲਾ ਬੰਦਾ ਹਰੇਕ ਜਿਹੜੀ ਧਰਤੀ ਜਿਹਨੂੰ ਅਸੀਂ ਨੈਗੇਟਿਵਿਟੀ 'ਚ ਲੈਂਦੇ ਹਾਂ ਉਹਨੂੰ ਵੀ ਪਰਮੇਸ਼ਰ ਰੂਪ ਸਮਝਦਾ ਹੈ ਅਤੇ ਸਗਲੀ ਧਰਤੀ ਉਹਦੀ ਸੇਵਾ ਵਿੱਚ ਲੱਗਦੀ ਹੈ। ਇਸੇ ਪ੍ਰਕਾਰ ਇੱਕ ਜਿਹੜਾ ਅਨੁਭਵ ਹੋਰ ਸਮਝ ਸਕਦੇ ਹਾਂ, ਜਦੋਂ ਨਾ ਭਾਈ ਮੰਝ ਜੀ ਨੇ ਪਹਿਲੀ ਦਫਾ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਦੇਖਿਆ ਤਾਂ ਉਹਨਾਂ ਦੇ ਮੂਰਤ ਨੇ ਇੰਨਾ ਵੱਡਾ ਉੱਤੇ ਪ੍ਰਭਾਵ ਪਾਇਆ
ਤੇ ਘਰ ਜਾ ਕੇ ਭਾਈ ਮੰਝ ਨੇ ਕਿਹਾ ਕਿ ਮੈਨੂੰ ਗੁਰੂ ਦਰਸ਼ਨਾਂ ਨੇ ਠੱਗ ਲਿਆ, ਮਤਲਬ ਮੇਰਾ ਆਪਣਾ ਆਪ ਮੇਰੇ ਕੋਲ ਨਹੀਂ ਰਿਹਾ, ਜਾਂ ਤਾਂ ਹੁਣ ਉਸ ਗੁਰੂ ਦਾ ਹੋ ਕੇ ਰਵਾਂ ਤੇ ਜਾਂ ਇਹਨੂੰ ਛੱਡਣਾ ਪਏਗਾ। ਫਿਰ ਉਹਨਾਂ ਨੇ ਕਿਹਾ ਗੁਰੂ ਸਾਹਿਬ ਮੈਨੂੰ ਸਿੱਖੀ ਚਾਹੀਦੀ। ਹੁਣ ਜਿਹੜਾ ਗੁਰੂ ਨੂੰ ਦੇਖ ਕੇ ਭਾਈ ਮੰਝ ਦੇ ਅੰਦਰ ਜਿਹੜਾ ਪਰਿਵਰਤਨ ਵਾਪਰਿਆ ਹੈ, ਇਹ ਉਹੀ ਹੈ ਕਿ ਜਦੋਂ ਗੁਰੂ ਨੇ ਆਪਣੇ ਦਰਸ਼ਨ ਦੀ ਕੋਈ ਖਾਸ ਮਿਹਰਾਮਦ ਕਿਸੇ 'ਤੇ ਨਾਜ਼ਲ ਕੀਤੀ ਤੇ ਉਹਦੇ ਸਾਰੇ ਜੀਵਨ ਨੂੰ ਉਭਾਰ ਲਿਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹਿਬੇ ਕਉ ਸੋਭਾ ਨਹੀਂ ਦੇਖਾ ਹੀ ਪਰਵਾਨ। ਆਸਾ ਰਾਗ 'ਚ ਨਾ ਇੱਕ ਸ਼ਬਦ ਆਉਂਦਾ ਹੈ, ਉਹਦੇ ਵਿੱਚ ਭਗਤ ਗੁਰੂ ਸਾਹਿਬ ਜੀ ਆਖਦੇ ਹਨ ਕਹੋ ਨਾਨਕ ਖੋਏ ਕਹੋ ਨਾਨਕ ਖੋਏ ਪਰਮ ਭੰਗਾ ਹਮ ਉਹੇ ਮਿਲ ਹੋਏ ਇੱਕ ਰੰਗਾ। ਕਹਿੰਦੇ ਸਾਡੇ ਵਿੱਚ ਹੁਣ ਕੋਈ ਭਿੰਨ ਭੇਦ ਰਿਹਾ ਹੀ ਨਹੀਂ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੇਖਾ ਹੀ ਪਰਵਾਨ, ਉਹਦਾ ਦੇਖ ਕੇ ਹੀ ਅਨੁਭਵ ਕਰੀਦਾ। ਇਸ ਕਰਕੇ ਮੈਂ ਅਕਸਰ ਇਸ ਗੱਲ 'ਤੇ ਥੋੜ੍ਹਾ ਜਿਹਾ ਜ਼ੋਰ ਰੱਖਦਾ ਹੁੰਦਾ ਕਿ ਗੱਲ ਕਥਨੀ ਸੁਣਨੀ ਆਪਣੇ ਆਪ ਦੇ ਵਿੱਚ ਇੱਕ ਚੰਗਾ ਕਰਮ ਹੈ, ਪਰ ਕਿਤੇ ਨਾ ਕਿਤੇ ਯਤਨ ਕਰਨਾ ਚਾਹੀਦਾ ਹੈ। ਜਿਵੇਂ ਮੈਂ ਕਿਸੇ ਦਿਨ ਇੱਕ ਨਾ ਇਨਸਾਨ ਦੀ ਜੀਵਨੀ ਪੜ੍ਹ ਰਿਹਾ ਸਾਂ, ਉਹਦੇ ਵਿੱਚ ਨਾ ਉਹਨੂੰ ਕਿਸੇ ਨੇ ਪ੍ਰਸ਼ਨ ਕੀਤਾ ਜੀ ਤੁਸੀਂ ਐਡੇ ਵੱਡੇ ICS ਬਣ ਗਏ, ਕਾਹਦੇ ਕਰਕੇ ਬਣ ਗਏ? ਉਹਨੇ ਉਹਦਾ ਜਵਾਬ ਪਤਾ ਕੀ ਦਿੱਤਾ? ਕਹਿੰਦਾ ਜੀ ਸਾਡੇ ਖਾਨਦਾਨ ਨੂੰ ਅਨਪੜ੍ਹ ਕਿਹਾ ਜਾਂਦਾ ਸੀ, ਅਤੇ ਕਹਿੰਦਾ ਮੈਂ ਇੰਨੀ ਗੱਲ ਧਾਰ ਲਈ ਕਿ ਸਭ ਤੋਂ ਵੱਡੀ ਜਿਹੜੀ ICS ਦੀ ਪਦਵੀ ਅੰਗਰੇਜ਼ਾਂ ਵੇਲੇ ਅੱਜ IAS ਹੋ ਗਈ ਹੈ, ਕਹਿੰਦਾ ਪ੍ਰਾਪਤ ਕਰਨੀ ਹੈ। ਇਹਦਾ ਮਤਲਬ ਜਦੋਂ ਕੋਈ ਕਥਾ ਦੁਆਰਾ ਕੀਰਤਨ ਦੁਆਰਾ ਕੋਈ ਵੱਡੀ ਅਵਸਥਾ ਦਾ ਅਨੁਭਵ ਮਿਲਦਾ ਹੈ, ਉਹਦੇ ਕਮਾਉਣ ਦੀ ਉਹਦੇ ਪ੍ਰਾਪਤੀ ਦੀ ਕੁਝ ਚਾਹਤ ਵੀ ਪੈਦਾ ਹੋਣੀ ਚਾਹੀਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਇਸੇ ਪ੍ਰਕਾਰ ਬਖਸ਼ਿਸ਼ ਕਰਦੇ ਹਨ ਕਬੀਰ ਦੇਖ ਕੇ ਕਿਹ ਕਹੋ ਕਹੈ ਨਾ ਕੋ ਪਤੀ ਆਏ। ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਦੇਖ ਕੇ ਕਿਹ ਕਹੋ। ਹੁਣ ਇਹਦੇ ਵਿੱਚ ਇੱਕ ਹੋਰ ਨੁਕਤਾ ਆਪਦੇ ਸਨਮੁਖ ਸਾਂਝਾ ਕਰਦੇ ਹਾਂ। ਹੁਣ ਜਿੰਨੇ ਪਰਮੇਸ਼ਰ ਦੇ ਅਨੁਭਵ ਵਾਲੇ ਬੰਦੇ ਹੋਏ ਦੁਨੀਆ ਦੇ ਵਿੱਚ, ਉਹ ਸਾਰਿਆਂ ਨੂੰ ਤੁਸੀਂ ਦੇਖੋ ਬੜਿਆਂ ਨੂੰ ਸ਼ਹੀਦੀ ਦੇ ਮੁਕਾਮ ਵਿੱਚੋਂ ਵੀ ਲੰਘਣਾ ਪਿਆ। ਉਹਦਾ ਕਾਰਨ ਸੀ, ਇਹੀ ਕਾਰਨ ਸੀ ਕਿ ਸੰਸਾਰ ਜਿਵੇਂ ਗੁਰੂ ਅਰਜਨ ਸਾਹਿਬ ਜੀ ਦੇ ਸਨਮੁਖ ਰੱਖਿਆ ਗਿਆ ਕਿ ਜਿਸ ਪਰਮੇਸ਼ਰ ਦੇ ਵੱਡੇ ਅਨੁਭਵ ਦੀ ਤੁਸੀਂ ਗੱਲ ਕਰਦੇ ਹੋ ਉਹ ਸਾਡੇ ਸਾਹਮਣੇ ਰੱਖੋ। ਅਤੇ ਗੁਰੂ ਸਾਹਿਬ ਜੀ ਕਹਿੰਦੇ ਹੁਣ ਇਹ ਸਾਹਮਣੇ ਰੱਖਣ ਵਾਲਾ ਹੈ ਹੀ ਨਹੀਂ ਆ। ਪਰ ਇਸ ਇੱਕ ਗੱਲ ਹੈ, ਮੈਂ ਤੁਹਾਨੂੰ ਪ੍ਰਮਾਣ ਦੇਵਾਂਗਾ ਆਪਣੀ ਸ਼ਹਾਦਤ ਦੇ ਨਾਲ ਕਿ ਤੁਹਾਡੀ ਅੱਗ ਨਾ ਮੈਨੂੰ ਸਾੜ ਸਕੇਗੀ, ਤੁਹਾਡਾ ਸੇਕ ਮੇਰੀ ਰੂਹ ਦੇ ਅਨੁਭਵ ਤੱਕ ਨਹੀਂ ਪਹੁੰਚ ਸਕੇਗਾ। ਇਹੀ ਹੈ, ਇਸ ਕਰਕੇ ਮੈਂ ਸ਼ਹੀਦੀ ਦੁਆਰਾ ਹੀ ਆਪਣੀ ਅਵਸਥਾ ਦਾ ਪ੍ਰਮਾਣ ਸਬੂਤ ਜਾਂ ਗਵਾਹੀ ਦੇਵਾਂਗਾ, ਤਾਂ ਕਰਕੇ ਸ਼ਹਾਦਤ ਕਹੀ ਜਾਂਦੀ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੇਖ ਕੇ ਕਿਹ ਕਹੋ। ਇਹ ਸੰਸਾਰ ਦੀ ਇੱਥੇ ਨਾਕਾਮੀ ਹੈ ਕਿ ਸੰਸਾਰ ਦੀ ਇੱਕ ਇਹ ਵੀ ਸਮੱਸਿਆ ਹੈ ਕਿ ਇਹਦੇ ਖਾਸ ਦ੍ਰਿਸ਼ਟੀਕੋਣ ਨੇ ਬੰਦੇ ਨੂੰ ਉੱਥੋਂ ਹੀ ਅਪਣਾਉਂਦਾ ਹੈ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੇਖ ਕੇ ਕਿਹ ਕਹੋ। ਜੇ ਮੈਂ ਦੇਖ ਵੀ ਲਿਆ ਹੈ, ਉਹ ਅਨੁਭਵ ਵੀ ਮਾਣ ਲਿਆ, ਅਤੇ ਕੀ ਕਵਾਂ ਜੇ ਕਹਿਣਾ ਵੀ ਚਾਹਾਂ ਕਹੈ ਨਾ ਕੋ ਪਤੀ ਆਏ। ਅਤੇ ਜਦੋਂ ਇਹਨਾਂ ਨੂੰ ਪਰਮੇਸ਼ਰ ਦੇ ਮਿਲਣ ਦੀ ਮਹਾਂ ਆਨੰਦ ਦੀ ਬਾਤ ਸੁਣਾਵਾਂਗਾ, ਇਹ ਪਤੀਜਣਗੇ ਨਹੀਂ, ਕਿਉਂਕਿ ਇਹਨਾਂ ਦੇ ਅੰਦਰਲੇ ਹਿੱਸੇ ਸਾਰੇ ਜਿਹੜੇ ਜਾਗੀ ਸੁਰਤ ਵਾਲੇ ਹਨ ਉਹ ਤਾਂ ਮੁਰਝਾਏ ਹੋਏ ਹਨ। ਨਾ ਇਹਨਾਂ ਨੂੰ ਸ਼ਬਦ ਸੁਣ ਕੇ ਕਾਂਬਾ ਆਉਂਦਾ ਹੈ, ਨਾ ਇਹਨਾਂ ਨੂੰ ਰਸ ਆਉਂਦਾ ਹੈ, ਨਾ ਇਹਨਾਂ ਨੂੰ ਬਾਣੀ ਪੜ੍ਹ ਕੇ ਜੀਵਨ ਦੀ ਕੋਈ ਵੱਡੀ ਤਰੰਗਣਾ ਮਿਲਦੀ ਹੈ। ਇਸ ਕਰਕੇ ਕਹਿੰਦੇ ਕਹੇ ਨਾ ਕੋ ਪਤੀ ਆਏ। ਇਹ ਤਾਂ ਇੱਕ ਬੜਾ ਛੋਟਾ ਜਿਹਾ ਜੀਵਨ ਜਿਉ ਰਹੇ ਹਨ। ਐਡੀ ਵੱਡੀ ਗੱਲ ਇਹਨਾਂ ਨੂੰ ਜੇ ਸੁਣਾਵਾਂਗਾ ਵੀ ਤਾਂ ਪਤੀ ਆਏ, ਪਤੀਜਣਗੇ ਨਹੀਂ, ਨਾ ਹੀ ਤ੍ਰਿਪਤ ਹੋਣਗੇ। ਹਰ ਜੈਸਾ ਤੈਸਾ ਉਹੀ, ਜਿਵੇਂ ਦਾ ਪਰਮੇਸ਼ਰ ਬੇਅੰਤ ਮਹਾਰਸ ਹੈ, ਮਹਾ ਆਨੰਦ ਹੈ, ਮਹਾਰੂਪ ਹੈ, ਕਹਿੰਦੇ ਉਹੀ ਰਹੂਗਾ। ਮੈਂ ਭਰ ਕੀ ਕਰ ਰਿਹਾ ਹਾਂ, ਰਹੋ ਹਰਖ ਗੁਣ ਗਾਏ। ਅਤੇ ਮੈਂ ਉਹਦੇ ਗੁਣਾਂ ਦਾ ਗਾਇਨ ਕਰਕੇ ਉਹਦੇ ਮਹਾਰਸ ਨੂੰ, ਮਹਾ ਅਨੁਭਵ ਨੂੰ ਮਾਣ ਕੇ ਅਤੇ ਆਪਣੇ ਜੀਵਨ ਦੇ ਵਿੱਚ ਆਨੰਦਿਤ ਹੋ ਰਿਹਾ ਹਾਂ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰਕੇ ਨਵਾਜਦੇ ਹਨ ਕਿ ਜੀਵਨ ਦੇ ਵਿੱਚ ਆਪਣੇ ਮਨ ਨੂੰ, ਇਸ ਕਰਕੇ ਨਾ ਦੀ ਕਦੇ ਵਾਕ ਪੜ੍ਹੀਦਾ ਹੈ, ਉਹ ਵਾਕ ਦੇ ਵਿੱਚ ਨਾ ਬੜੀ ਸਮਝ ਹੈ, ਬੜੀ ਵੱਡੀ ਗੱਲ ਹੈ। ਗੁਰੂ ਸਾਹਿਬ ਜੀ ਕਹਿੰਦੇ ਹਨ ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁੱਖ ਚੁੱਖ ਹੋਏ। ਉਹਦਾ ਮਤਲਬ ਕੀ ਹੈ ਕਿ ਸਾਧਨਾ ਕਰਕੇ ਆਪਣੇ ਹਰ ਇੱਕ ਹਿੱਸੇ ਨੂੰ ਗੁਰੂ ਦੀ ਯਾਦ ਵਿੱਚ ਜਗਾਉਣਾ ਹੈ। ਜਦੋਂ ਇਹ ਸਿਮਰਨ ਦੇ ਨਾਲ ਜਾਗੇਗਾ, ਫਿਰ ਗੱਲ ਆਏਗੀ ਕਿ ਕਾਇਆ ਰੰਗਣ ਜੇ ਥੀਐ ਪਿਆਰੇ, ਫਿਰ ਉਸ ਪਰਮ ਦਰ ਕਰਦੀ ਬਾਤ ਦਾ ਖਿਆਲ ਆਏਗਾ। ਇਸ ਪ੍ਰਕਾਰ ਸਾਨੂੰ ਭਗਤ ਕਬੀਰ ਸਾਹਿਬ ਜੀ ਨਿਵਾਜਿਸ਼ ਕਰਦੇ ਹਨ ਕਿ ਜਿਵੇਂ ਚਿੱਕੜ ਦੇ ਵਿੱਚ ਕਮਲ ਖਿੜਦਾ ਹੈ, ਜਦੋਂ ਗੁਰੂ ਮਨੁੱਖ ਆਪਣੀ ਸੁਰਤ ਨੂੰ, ਆਪਣੇ ਧਿਆਨ ਨੂੰ, ਆਪਣੇ ਚਿੱਤ ਨੂੰ ਗੁਰੂ ਸ਼ਬਦ ਦੀ ਯਾਦ ਨਾਲ ਜੋੜੇਗਾ ਅਤੇ ਉਹਦੇ ਜੀਵਨ 'ਚ ਮਹਾਂ ਆਨੰਦ ਵਾਪਰਨਗੇ, ਜਿਹਦੇ ਸਮਾਨ ਜਗਤ ਦਾ ਕੋਈ ਆਨੰਦ
ਨਹੀਂ ਕਿਹਾ ਜਾ ਸਕੇਗਾ। ਇਸੇ ਕਰਕੇ ਆਨੰਦ ਸਾਹਿਬ ਦੀ ਬਾਣੀ ਵਿੱਚ ਵਾਕ ਹੈ ਨਾ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਕਿ ਗੁਰੂ ਦੁਆਰਾ ਹੀ ਇਹਦੀ ਸਾਰ ਜਾਣੀ ਜਾ ਸਕਦੀ ਹੈ। ਭਗਤ ਕਬੀਰ ਸਾਹਿਬ ਦੀ ਕਿਰਪਾ ਕਰਨ ਸਿਮਰਨ ਦੀ ਅਵਸਥਾ ਦੇ ਜਿੰਨੇ ਉਚੇਰੇ ਅਨੁਭਵ ਹਨ, ਕਰਨੀ ਕਰਕੇ ਵੀ ਪੈਦਾ ਹੋਣ, ਸਾਧਨਾ ਕਰਕੇ ਵੀ ਆਪ ਜੀ ਨੂੰ ਨਸੀਬ ਹੋਣ, ਅਤੇ ਅਨੁਭਵ ਕਰਕੇ ਵੀ ਸਾਰਿਆਂ ਦੇ ਜੀਵਨ ਦੀ ਰਾਸ ਬਣੇ। ਕਿਰਪਾ ਕਰਨ ਸ਼ਲੋਕਾਂ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ, ਸਾਰਿਆਂ ਦਾ ਇੱਥੇ ਆਇਆ ਸਫਲ ਹੋਵੇ ਜੀ। ਆਪ ਦੇ ਸਨਮੁਖ ਲੜੀਵਾਰ ਸ਼ਲੋਕਾਂ ਦੀ ਸ਼ਬਦ ਵਿਚਾਰ ਦਾ ਯਤਨ ਕਰਦਿਆਂ, ਵਿਆਖਿਆ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।